500 रुपया कम से कम उनकी जो दिहाड़ी होनी चाहिए और उसी दिन मजदूर की मजदूरी उसका पसीना सूखने से पहले मिलनी चाहिए। 100 दिन नरेगा गारंटी दिंदा। मैं छत ला के कहना पिछलियां सरकारां ने एक भी पिंड 'ਚ 100 दिन काम करवाया होवे। मैं ये नहीं कहता कि वो ठीक है इन्हां दा, ਇਹ ਬਿਲਕੁਲ ਵਧੀਆ ਕੀਤਾ ਹੈ, ਅਸੀਂ ਐਪਰੀਸ਼ੀਏਟ ਕਰਦੇ ਹਾਂ, ਵਧੀਆ ਵਾ ਵੀ ਕਿਸੇ ਗਰੀਬ ਨੂੰ ਦਿਹਾੜੀ ਵੱਧ ਮਿਲੇ, 500 ਮਿਲੇ, ਮੈਂ ਇਹਦੇ ਫੇਵਰ 'ਚ ਆ, ਪੰਜਾਬ ਕਾਂਗਰਸ ਦੇ ਫੇਵਰ 'ਚ ਆ। ਪਰ ਆਪਣੀ ਪੀੜ੍ਹੀ ਤੱਕ ਤੇ ਪਹਿਲਾਂ ਛੋਟਾ ਫੇਰ ਲੈਣਾ। ਆਰਡੀਐਫ ਦੇ ਵਿੱਚ ਜਿਹੜੇ ਫੰਡ ਵਰਤੋਂ ਕਰਦੀ ਉਹਦਾ ਹਿਸਾਬ ਦੇਤਾ, ਕਿਉਂ ਇਹਨਾਂ ਦਾ ਰੋਕਿਆ? मैं ये भी पूछना चाहती है कि जो इन्होंने वादे किए है 1000 रुपए महिलावां नूं ਉਹ ਕੀ ਦੇਣਗੇ? ਜੇ ਮਨਰੇਗਾ ਦੇ ਨਾਲ 1000 ਰੁਪਏ महिलावां नूं मिले ਤਾਂ ਉਹਨਾਂ ਦੇ ਗੁਜ਼ਾਰੇ ਚੰਗੇ ਹੋ ਸਕਦੇ ਆ। ਆਰਡੀਐਫ ਦੀ ਵੀ ਮੰਗ ਕੀਤੀ ਜਾਊਗੀ ਪੰਜਾਬ ਬੀਜੇਪੀ ਦੇ ਵੱਲੋਂ। ਆਰਡੀਐਫ ਦੀ ਉਹ ਤਾਂ ਮਿਲਣਾ ਹੀ ਮਿਲਣਾ। ਇਹ ਐਵੇਂ ਰੌਲਾ ਪਾਈ ਜਾਂਦੇ, ਲੇਟ ਹੋ ਸਕਦਾ, ਥੋੜਾ ਹੋ ਸਕਦਾ ਵੀ ਨਾ ਮਿਲੇ। ਤੁਸੀਂ ਕਮਾਲ ਆ ਕਿ ਕਿਉਂ ਕੇਂਦਰ ਸਰਕਾਰ ਹੈ ਮਰ ਗਿਆ ਜੀ, ਉਦੋਂ ਬਾਅਦ ਉਹਨੂੰ ਸ਼ਿਫਾ ਦਿੱਤੀ ਦਾ ਕੀ ਫਾਇਦਾ? ਉਹਨੂੰ ਸ਼ਿਫਾ ਇੱਕ ਮਰੀਜ਼ ਕਿਵੇਂ ਮਰ ਜਾ? ਮੇਰੀ ਗੱਲ ਸੁਣੋ, ਜੇ ਇਹਨਾਂ ਦੀ ਜੇਬ 'ਚ ਇੰਨੇ ਪੈਸੇ ਹੈਗੇ ਆ ਕਿ ਨਜਾਇਜ਼ ਖਰਚਾ ਕਰਕੇ ਐਡਵਰਟਾਈਜ਼ ਕਰ ਸਕਦੇ ਆ, ਇਹਦਾ ਮਤਲਬ ਕਿ ਪੰਜਾਬ ਕੋਲੇ ਪੈਸੇ ਹੈਗੇ ਆ, ਰੌਲਾ ਪਾਉਂਦੇ ਆ। ਟੱਕੀ ਰਹੋ ਤੁਸੀਂ ਨਾ ਪੰਜਾਬੀ ਬੀਜੇਪੀ ਵਾਲਾ ਟੱਕੀ। ਨਹੀਂ ਵੀਰ ਜੀ, ਮੈਂ ਤਾਂ ਝੂਠ ਨਹੀਂ ਬੋਲਦੀ। ਮੈਨੂੰ ਝੂਠ ਬੋਲਣ ਦੀ ਆਸ 'ਚ ਲੋੜ ਨਹੀਂ ਹੈ। ਮੈਂ ਆਪ ਖੇਤੀ ਮੰਤਰੀ ਨੂੰ ਮਿਲੀ ਆ ਔਰ ਉਹਨਾਂ ਨੂੰ ਕਿਹਾ ਹੈ ਕਿ ਇਹਨੂੰ ਹੱਲ ਕਰੋ ਕਿਸਾਨਾਂ ਦੇ। ਸਾਡੇ ਕਿਸਾਨਾਂ ਨੇ 1 ਸਾਲ ਵੇਖ ਲਿਆ ਸੀ ਤੁਹਾਡਾ ਕੀ ਹਾਲ ਕੀਤਾ। ਕਿਸਾਨ ਜਿਹੜੇ ਆ ਬੀਜੇਪੀ ਤੋਂ ਬੜੇ ਸੁਖੀ ਆ, ਇਹ ਸਾਨੂੰ ਬਹੁਤ ਪਤਾ, ਫਿਕਰ ਨਾ ਕਰੋ। ਕੀ ਕੇਂਦਰ ਸਰਕਾਰ ਆਪਣੇ ਮੁਲਾਜ਼ਮ ਨੂੰ, ਕਿਸੇ ਨੂੰ ਵੀ ਸਰਕਾਰੀ ਮੁਲਾਜ਼ਮ ਨੂੰ ਇਹ ਗੱਲ ਕਹਿ ਸਕਦੀ ਹੈ ਕਿ ਤੇਰੇ ਅਕਾਊਂਟ 'ਚ ਤਾਂ 10-12 ਲੱਖ ਰੁਪਏ ਪਿਆ, ਤੈਨੂੰ ਪੈਸੇ ਦੀ ਕੀ ਲੋੜ ਹੈ, ਐਤਕੀ ਤੈਨੂੰ ਤਨਖਾਹ ਨਹੀਂ ਦਿੰਦੇ? ਸਿਆਸਤ ਨਾ ਕਰਨ, ਸਿਆਸਤ ਨੂੰ ਸਹੀ ਗੱਲ ਦੇਖਣ ਕਿ ਅਸਲ ਵਿੱਚ ਇਹਨਾਂ ਦੇ ਆਪ ਦਾ ਕਸੂਰ ਆ। ਇਹਨਾਂ ਦੇ ਸੈਕਟਰੀ ਕੰਮ ਨਹੀਂ ਕਰਦੇ, ਸੈਕਟਰੀ ਬੜੇ ਹੰਕਾਰੇ ਹੁੰਦੇ। ਮੈਂ ਤਾਂ ਪਤਾ, ਮੈਂ ਦੇਖਿਆ ਸਰਪੰਚ ਉਦੋਂ ਹੰਕਾਰਿਆ ਹੁੰਦਾ ਗਰੀਬਾਂ ਨਾਲ। ਇੱਥੇ ਪ੍ਰੋਬਲਮ ਸੋਲਵ ਕਰਨ, ਉੱਤੋਂ ਤਾਂ ਦਿਹਾੜੀ ਵਧ ਹੀ ਜਾਊਗੀ। ਕਹਿੰਦੇ ਵੀ ਹਰੇਕ ਗੱਲ ਤੇ ਤੁਸੀਂ ਕੇਂਦਰ ਨਾਲ ਖੁੰਡਾ ਖੜਕਾਉਂਦੇ ਰਹਿੰਦੇ ਹੋ ਤੇ ਜਿੱਥੇ ਰਲ ਕੇ ਚੱਲਣ ਦੀ ਲੋੜ ਹੁੰਦੀ ਹੈ ਉੱਥੇ ਰਲਦੇ ਨਹੀਂ ਹੈ, ਤੇ ਫਿਰ ਤੁਸੀਂ ਜਦੋਂ ਆਪਦੀਆਂ ਕੀਤੇ ਹੋਏ ਵਾਅਦੇ ਵਫਾ ਨਹੀਂ ਹੁੰਦੇ ਫਿਰ ਸਾਡੇ ਕੋਲ ਮੰਗਣ ਆ ਜਾਂਦੇ। ਹੁਣ ਮਨਰੇਗਾ ਤੇ ਗੱਲ ਕੀਤੀ, ਸੰਧੂ ਸਾਹਿਬ ਕਹਿੰਦੇ ਤਾਂ ਆਟੋਮੈਟਿਕ ਹੈ, ਆਪਣੇ ਆਪ ਵੱਜਣਾ। ਸੰਧੂ ਸਾਹਿਬ ਨਥਿੰਗ ਇਜ਼ ਆਟੋਮੈਟਿਕ। ਆਟੋਮੈਟਿਕ ਸਿਰਫ ਤੇ ਸਿਰਫ ਅਫਸਰਾਂ ਦੀ ਤੇ ਸਿਆਸਤਦਾਨਾਂ ਦੀ ਕਰਪਸ਼ਨ ਹੈ। ਜੇ ਰੋਕਣ ਲਈ ਡੰਡਾ ਨਾ ਹੋਵੇ ਭਗਵੰਤ ਮਾਨ ਸਾਹਿਬ ਵਰਗਾ, ਉਦਾਂ ਦਾ ਡੰਡਾ ਨਾ ਹੋਵੇ ਤਾਂ ਕਰਪਸ਼ਨ ਆਟੋਮੈਟਿਕ ਹੈ, ਹੋਰ ਕੁਝ ਵੀ ਆਟੋਮੈਟਿਕ ਨਹੀਂ ਹੈ। ਉਹਦੇ ਵਿੱਚੋਂ ਕੁਝ ਜਿਹੜੇ ਫੰਡ ਕੇਂਦਰ ਤੋਂ ਆਉਣੇ ਚਾਹੀਦੇ ਅਸੀਂ ਉਹੀ ਮੰਗਦੇ ਆ। ਰੂਰਲ ਡਿਵੈਲਪਮੈਂਟ ਫੰਡ ਜੇ ਮੰਗਦੇ ਆ ਉਹ ਸਾਡਾ ਹੀ ਆ। ਔਰ ਭਗਤ ਸਿੰਘ, ਸ਼ਹੀਦ ਭਗਤ ਸਿੰਘ ਹੋਣਾ ਦੇ ਭਗਤਾਂ ਦੇ ਗੁਰੂਆਂ ਦੇ ਨਾਮ ਬਦਲ ਕੇ ਆਮ ਆਦਮੀ ਪਾਰਟੀ ਕਲੀਨਿਕ ਰੱਖਤਾ। ਔਰ ਜਵਾਬ ਲੈ ਲਓ ਨਾ, ਇਹ ਜਿਹੜਾ ਨਾ ਉਹਦੇ ਚ ਦਵਾਈਆਂ ਨਾ ਫੈਸਿਲਿਟੀਜ਼ ਆ। ਸਾਡਾ ਨਹੀਂ ਕੰਮ ਸੜਕਾਂ ਦੇ ਨਾਮ ਬਦਲਣ ਦਾ, ਸਾਡਾ ਨਹੀਂ ਕੰਮ ਸਿਲੇਬਸ ਬਦਲਣ ਦਾ, ਉਹ ਤੁਹਾਡਾ ਕੰਮ ਹੈ, ਭਾਰਤੀ ਜਨਤਾ ਪਾਰਟੀ ਦਾ ਕੰਮ ਹੈ। ਅਸੀਂ ਤਾਂ ਬਾਬਾ ਸਾਹਿਬ ਅੰਬੇਦਕਰ ਦਾ ਅਸੀਂ ਨਹੀਂ। ਹੁਣ ਮੈਨੂੰ ਵੀ ਗੱਲ ਕਰ ਲੈਂਦੇ ਨਾ ਬੀਬੀ ਜੀ, ਸੁਣਨਾ ਨਹੀਂ, ਫਿਰ ਸਰੋਤਿਆਂ ਨੂੰ ਆਪਣਿਆਂ ਨੂੰ ਸੁਣਨਾ ਨਹੀਂ, ਮੈਂ ਤੁਹਾਡੇ ਜਵਾਬ ਦੇ ਦਿੰਦਾ। ਤੇ ਆਰਡੀਐਫ ਦੀ ਤੁਸੀਂ ਗੱਲ ਕੀਤੀ ਆ, ਆਰਡੀਐਫ ਕਿਉਂ ਨਹੀਂ ਦੇ ਰਹੀ ਕੇਂਦਰ ਸਰਕਾਰ? ਸੰਧੂ ਸਾਹਿਬ ਤੁਸੀਂ ਗਲਤ ਗੱਲ ਕਹਿ ਗਏ ਹੋ ਕਿ ਅਸੀਂ ਨਹੀਂ ਕਰਦੇ। ਤੁਹਾਡੇ ਵੇਲੇ ਮਿਸਯੂਜ਼ ਹੋਇਆ ਸੀਗਾ, ਸਾਡੇ ਵੇਲੇ ਦਾ ਆਰਡੀਐਫ ਤਾਂ ਅਜੇ ਦਿੱਤਾ ਹੀ ਨਹੀਂ। ਆਰਡੀਐਫ ਤਾਂ ਸਾਡਾ ਪੰਜਾਬ ਦਾ ਪੈਸਾ ਆ, ਉਹ ਗ੍ਰਾਂਟ ਨਹੀਂ ਹੈਗੀ ਧਾਲੀਵਾਲ ਸਾਹਿਬ। ਉਹ ਜਿਹੜੀ ਚੀਜ਼ ਉਹਨਾਂ ਨੇ ਖਰੀਦੀ ਆ ਉਹਦੇ ਪੈਸੇ ਆ, ਸਾਡੇ ਝੋਨੇ ਦੇ ਪੈਸੇ ਆ, ਸਾਡੇ ਕਣਕ ਦੇ ਪੈਸੇ, ਉਹਦੇ ਖਰਚਿਆਂ ਦੇ ਪੈਸੇ ਆ, ਉਹਦੀ ਸਫਾਈ ਦੇ ਪੈਸੇ ਆ, ਉਹਦੀ ਲੋਡਿੰਗ ਦੇ ਪੈਸੇ ਆ। ਧਾਲੀਵਾਲ ਜੀ ਇਹਨਾਂ ਨੇ ਕੀਤਾ ਕੀ, ਮਤਲਬ ਮੈਨੂੰ ਸਮਝਾ ਦਿੱਤੇ। ਠੀਕ ਆ, ਲਾਈਟ ਵਾਲਾ ਕੰਮ ਇਹਨਾਂ ਨੇ ਕੀਤਾ, ਕੋਈ ਕੰਮ ਨਹੀਂ। ਹੋਰ ਇਹਨਾਂ ਨੇ ਕਿਹੜਾ ਕੱਦੂ 'ਚ ਜਿਹੜਾ ਇਹਨਾਂ ਨੇ ਤੀਰ ਮਾਰ ਲਿਆ? ਤੁਸੀਂ ਵੇਖੋ, ਮੈਂ ਇਹਨਾਂ ਨੂੰ 4 ਚੀਜ਼ਾਂ ਪੁੱਛਿਆ, ਮੇਰੀ ਕਿਸੇ ਚੀਜ਼ ਦਾ ਜਵਾਬ ਹੀ ਨਹੀਂ ਦਿੱਤਾ। ਮੈਨੂੰ ਇਹ ਦੱਸਣ ਨਾ ਵੀ 3736 ਜਿਹੜੇ ਕੱਚੇ ਮੁਲਾਜ਼ਮ ਧੱਕੇ ਖਾਂਦੇ ਆ, ਰੁਲਦੇ ਆ, ਉਹਨਾਂ ਨੂੰ ਤੁਸੀਂ ਪੱਕਿਆ ਕਰਨ ਬਾਰੇ ਕਦੇ ਸੋਚਿਆ? ਹੁਣ ਤੱਕ 30,000 ਮੁਲਾਜ਼ਮ ਜਿਹੜੇ ਨਵੇਂ ਭਰਤੀ ਕਰ ਲਏ ਆ। ਇਦਾਂ ਹੀ ਕੱਚਿਆਂ ਨੂੰ ਪੱਕੇ ਕਰਦੇ ਆ, ਇਦਾਂ ਹੀ ਜਿਹੜੇ ਹੋਰ ਹੈਗੇ ਆ ਜਿਸ ਤਰ੍ਹਾਂ ਉਹਨਾਂ 'ਚ ਕੁਝ ਸਟਰਗਲ ਕਰ ਰਹੇ ਆ। ਸਟਰਗਲ ਕਰਨਾ ਸਾਰਿਆਂ ਦਾ ਹੱਕ ਹੈ, ਪਰ ਦਿਨ ਬ ਦਿਨ ਉਹ ਚੀਜ਼ਾਂ ਘਟ ਰਹੀਆਂ ਆ, ਉਹਨਾਂ ਨੂੰ ਪੱਕੇ ਕੀਤਾ ਜਾ ਰਿਹਾ। ਸੰਧੂ ਸਾਹਿਬ ਸਤਿ ਸ੍ਰੀ ਅਕਾਲ ਦੀ ਸਪੋਕਸਮੈਨ ਡਿਬੇਟ 'ਚ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਗੱਲ ਉਸ ਵਰਗ ਦੀ ਕਰਨੀ ਹੈ ਜਿਸ ਵਰਗ ਦੇ ਉੱਤੇ ਮੁਲਕ ਦੀਆਂ ਵੱਡੀਆਂ ਇਮਾਰਤਾਂ ਦੇ, ਖਾਣ ਵਾਲੇ ਪਦਾਰਥਾਂ ਦੇ
ਤੇ ਹੋਰ ਅਨੇਕਾਂ ਅਜਿਹੇ ਕੰਮਾਂ ਦੀ ਜ਼ਿੰਮੇਵਾਰੀ ਹੈ ਜਿਨ੍ਹਾਂ ਤੋਂ ਬਿਨਾਂ ਉਹ ਪੂਰੇ ਨਹੀਂ ਹੋ ਸਕਦੇ, ਪਰ ਉਹ ਆਪਦੀ ਢਿੱਡ ਦੀ ਪੂਰਤੀ ਲਈ ਕਿੱਥੇ ਕਿੱਥੇ ਤੱਕ ਨਹੀਂ ਜਾਂਦੇ ਤੇ ਕਿਹੜੀ ਗੁਰਬਤਾਂ ਦਾ ਤੇ ਕਿਹੜੀਆਂ ਮਜਬੂਰੀਆਂ ਦਾ ਸਾਹਮਣਾ ਨਹੀਂ ਕਰਦੇ, ਜਿਨ੍ਹਾਂ ਦੇ ਲਈ ਵਿਸ਼ੇਸ਼ ਲਾਜ਼ ਵੀ ਬਣੇ ਹੋਏ ਨੇ। ਲੇਬਰ ਲਾਜ਼ ਦੇ ਅੰਦਰ ਕਈ ਐਕਟ ਵੀ ਨੇ ਜਿਹੜੀ ਕਿ ਉਹਨਾਂ ਦੀ ਐਮਪਲੋਇਮੈਂਟ ਦੀ ਗਰੰਟੀ ਨੂੰ ਅਸ਼ੋਰ ਕਰਦੇ ਨੇ। ਬਾਵਜੂਦ ਇਹਦੇ ਸਾਡਾ ਸਿਸਟਮ, ਸਾਡੀਆਂ ਸਰਕਾਰਾਂ, ਸਾਡੇ ਐਲਾਨ, ਚਾਹੇ ਇਹ ਵੀ ਗੱਲ ਹੋਈ ਹੋਵੇ ਕਿ ਗਰੀਬੀ ਹਟਾਓ, ਪਰ ਅੱਜ ਵੀ ਲੋਕ, ਇੱਕ ਵੱਡਾ ਤਬਕਾ ਗੁਰਬਤ ਦੇ ਵਿੱਚ ਜੀ ਰਿਹਾ ਹੈ। ਸੋ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਮਜ਼ਦੂਰਾਂ ਦੀ ਜਿਨ੍ਹਾਂ ਦੀ ਦਿਹਾੜੀ ਵਧਾਉਣ ਲਈ ਮੁੱਖ ਮੰਤਰੀ ਪੰਜਾਬ ਹੋਰਾਂ ਦੇ ਵੱਲੋਂ ਇੱਕ ਪੱਤਰ ਜਿਹੜਾ ਹੈ ਉਹ ਕੇਂਦਰ ਨੂੰ ਜਾਰੀ ਕੀਤਾ ਗਿਆ ਹੈ ਕਿ ਇਹਨਾਂ ਦੀ ਦਿਹਾੜੀ ਵਧਣੀ ਚਾਹੀਦੀ ਹੈ। ਹਾਲਾਂਕਿ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ 2019 ਲੋਕ ਸਭਾ ਦੇ ਵਿੱਚ, ਉਦੋਂ ਤੇ ਹੁਣ ਦੇ ਵਿੱਚ ਕੁਝ ਫਰਕ ਹੈ। ਇੱਕ ਵਾਰੀ ਉਹ ਜ਼ਰੂਰ ਸੁਣਾਂਗੇ। 500 रुपया कम से कम, मनरेगा भी उसको बोलते हैं सर, उसकी दिहाड़ी जो है 240 रुपए है। और पिछले दिनों पंजाब सरकार ने, कांग्रेस की सरकार ने जख्मों पर नमक छिड़कने वाली बात की कि उनकी दिहाड़ी को बढ़ाया गया 1 रुपया, 1 रुपया बढ़ाया गया, 241 कर दिया गया। कोई मेडिकल फैसिलिटी नहीं है। 500 रुपया कम से कम उनकी जो दिहाड़ी होनी चाहिए, और उसी दिन मजदूर की मजदूरी उसका पसीना सूखने से पहले मिलनी चाहिए, उसी दिन मिलनी चाहिए। नरेगा मनरेगा ਅਸੀਂ ਲਾਗੂ ਕਰਾਂਗੇ। 100 ਦਿਨ ਨਰੇਗਾ ਗਰੰਟੀ ਦਿੰਦਾ। ਮੈਂ ਸ਼ਰਤ ਲਾ ਕੇ ਕਹਿਣਾ ਪਿਛਲੀਆਂ ਸਰਕਾਰਾਂ ਨੇ ਇੱਕ ਵੀ ਪਿੰਡ 'ਚ 100 ਦਿਨ ਕੰਮ ਕਰਵਾਇਆ ਹੋਵੇ, ਕਦੇ 20 ਦਿਨ, ਕਿਤੇ 25 ਦਿਨ, ਉਹ ਵੀ ਦਿਹਾੜੀ ਉਹਨਾਂ ਨੂੰ ਨਹੀਂ ਮਿਲਦੀ ਜਿਨ੍ਹਾਂ ਨੇ ਕੰਮ ਕੀਤਾ ਹੈ। ਕੱਚੇ ਰਜਿਸਟਰਾਂ ਤੇ ਸਾਈਨ ਕਰਾ ਲੈਂਦੇ ਸੀ, ਦਿਹਾੜੀ ਕਿਸੇ ਹੋਰ ਨੂੰ, ਕੰਮ ਕਿਸੇ ਹੋਰ ਦਾ, ਕਿਸੇ ਦਾ 200-250 ਰੁਪਇਆ ਖਾ ਕੇ ਕੀ ਚਵਾਰੇ ਛੱਤ ਲਓਗੇ ਤੁਸੀਂ? ਕਿਉਂ ਗਰੀਬਾਂ ਦੀਆਂ ਬਦਦੁਆਵਾਂ ਲੈਂਦੇ ਹੋ? ਸੋ ਤੁਸੀਂ ਸਮਝ ਗਏ ਹੋਵੋਗੇ ਅਸੀਂ ਗੱਲ ਕਰਨੀ ਹੈ ਜਿਹਨੂੰ ਆਮ ਭਾਸ਼ਾ ਦੇ ਵਿੱਚ ਮਨਰੇਗਾ ਕਿਹਾ ਜਾਂਦਾ ਹੈ। ਅਸਲ ਦੇ ਵਿੱਚ ਮਨਰੇਗਾ ਨਹੀਂ, ਮਗਨਰੇਗਾ ਹੈ, ਸਕੀਮ ਹੈ ਜਿਹੜੀ ਕਿ ਕਾਂਗਰਸ ਦੀ ਸਰਕਾਰ ਦੇ ਵਿੱਚ ਇੰਟਰੋਡਿਊਸ ਹੋਈ ਸੀ। ਮਹਾਤਮਾ ਗਾਂਧੀ ਨੈਸ਼ਨਲ ਰੂਰਲ ਜਿਹੜੀ ਅਸ਼ੋਰਿਟੀ ਦਿੱਤੀ ਜਾਂਦੀ ਹੈ ਲੇਬਰ ਕਲਾਸ ਨੂੰ, ਜਿਹਦੇ ਤਹਿਤ ਉਹ ਮਗਨਰੇਗਾ ਸਕੀਮ ਦੀ ਅਸੀਂ ਗੱਲ ਕਰਾਂਗੇ, ਜਿਹਦੇ ਵਿੱਚ ਉਹਨਾਂ ਨੂੰ ਦਿਨਾਂ ਦੇ ਹਿਸਾਬ ਦੇ ਨਾਲ ਘੱਟੋ ਘੱਟ ਮਿਹਨਤਾਨਾ ਦੀ ਉਜਰਤ ਦੀ ਗਰੰਟੀ ਦਿੱਤੀ ਜਾਂਦੀ ਹੈ ਕਿ ਤੁਹਾਨੂੰ ਇੰਨਾ ਕੰਮ ਮਿਲੇਗਾ। ਸਕੀਮ ਬਹੁਤ ਚੰਗੀ ਹੈ। ਸਕੀਮਾਂ ਹੁੰਦੀਆਂ ਵੀ ਅਕਸਰ ਚੰਗੀਆਂ ਨੇ, ਪਰ ਜੇਕਰ ਸਹੀ ਰੂਪ ਨਾਲ ਅਮਲ ਦੇ ਵਿੱਚ ਆਉਣ, ਸਹੀ ਰੂਪ ਦੇ ਨਾਲ ਉਹ ਨੇਪਰੇ ਚੜ੍ਹ ਜਾਣ। ਪਰ ਇਹ ਸਭ ਦੇ ਦਰਮਿਆਨ ਮਜ਼ਦੂਰ ਦੀ ਗੁਹਾਰ ਕੀ ਹੈ, ਇੱਕ ਵਾਰੀ ਉਹ ਸੁਣ ਲਓ। ਮੈਂ ਇੰਨੀ ਗਰੀਬ ਹਾਂ ਕਿ ਮੈਂ ਸੜਕ ਤੇ ਰਹਿੰਦੀ ਹਾਂ। ਉਹ ਹੁਣ ਮੈਨੂੰ ਨਰੇਗੇ 'ਚ ਵੀ ਨਹੀਂ ਲੱਗਣ ਦਿੰਦੇ, ਬਸ ਲੋਕਾਂ ਦੇ ਘਰ 'ਚ ਪੋਚਾ ਲਾਉਣੀ ਹੈ। ਹਾਂਜੀ, ਜਾਂ ਇੱਥੇ ਨਰੇਗਾ 'ਚ ਲੱਗਦੀ ਹੈ। ਹੁਣ ਉਹ ਦਿੰਦੇ ਨਹੀਂ, ਮੈਂ ਜਵਾਕਾਂ ਦਾ ਗੁਜ਼ਾਰਾ ਕਿੱਥੇ ਚਲਾਵਾਂ? ਫਿਰ ਹੁਣ ਕੀ ਕਰੀਏ ਪੁੱਤ, ਕੰਮ ਬਿਨਾਂ ਗੁਜ਼ਾਰਾ ਨਹੀਂ ਆਪਣਾ। ਜਿਹੜੀ ਬੂਟੀ ਆ ਉਹਦੀ ਅਲਰਜੀ ਹੁੰਦੀ ਆ ਸਾਨੂੰ। ਅੱਛਾ, ਬੂਟੀ ਜਿਹੜੀ ਵੱਢਦੇ ਹੋ ਤੁਸੀਂ, ਇਹ ਤੋਂ ਅਲਰਜੀ ਹੁੰਦੀ ਹੈ? ਫਿਰ ਉਹ ਸਾਰੇ ਸਰੀਰ ਤੇ ਧੱਫੜ ਹੋ ਜਾਂਦੇ ਆ, ਇਹਦੇ ਕਰਕੇ ਸਾਨੂੰ ਫਾਇਦਾ ਹੋ ਜਾਂਦਾ। ਸੋ ਬਰਨਾਲਾ ਦੇ ਵਿੱਚ ਪ੍ਰੋਟੈਸਟ ਹੋਇਆ। ਬਰਨਾਲਾ 'ਚ ਪ੍ਰੋਟੈਸਟ ਕਰਦੇ ਹੋਏ ਜ਼ਿਕਰ ਕੀਤਾ ਗਿਆ ਹੈ ਕਿ ਘੱਟੋ ਘੱਟ 200 ਦਿਨ ਲੇਬਰ ਜਿਹੜੀ ਆ ਮਿਲਣੀ ਚਾਹੀਦੀ ਹੈ, ਔਰ ਇਹਨੂੰ ਵਧਾ ਕੇ 750 ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਕਿ ਰੋਜ਼ਮਰਾ ਦੀਆਂ ਜਿਹੜੀਆਂ ਜ਼ਰੂਰਤਾਂ ਨੇ ਘੱਟੋ ਘੱਟ ਉਹਨਾਂ ਦੀ ਪੂਰਤੀ ਹੋ ਸਕੇ। ਮੌਜੂਦਾ ਜਿਹੜੀ ਮਿਹਨਤਾਨਾ ਉਹ 303 ਰੁਪਏ ਇੱਕ ਦਿਨ ਦੇ ਮਿਲਦੇ ਆ, ਔਰ ਜੇਕਰ ਉਹਨਾਂ ਨੂੰ 20 ਦਿਨ ਕੰਮ ਮਿਲੇ ਤਾਂ ਤੁਸੀਂ ਲਾ ਲਵੋ ਕਿ 6000 ਰੁਪਇਆ ਬਣਿਆ। ਯਕੀਨ ਕਰ ਸਕਦੇ ਹੋ ਕਿ 6000 ਰੁਪਏ ਨਾਲ ਕਿਵੇਂ ਕੋਈ ਆਪਣੇ ਪੇਟ ਦਾ ਜਾਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਦਾ ਹੈ। ਅੱਜ ਇਸ ਚੀਜ਼ ਨੂੰ ਲੈ ਕੇ ਜਿਹੜੀ ਹੈ ਚਰਚਾ ਕਰਾਂਗੇ, ਔਰ ਇਹ ਪ੍ਰੋਟੈਸਟ ਜਿਹੜਾ ਹੈ ਬਰਨਾਲੇ ਹੋਇਆ। ਹੋਰ ਕਈ ਥਾਈਂ ਮਨਰੇਗਾ ਵਾਲਿਆਂ ਦੇ ਕੀ ਮੁਸ਼ਕਿਲਾਂ ਨੇ ਤੇ ਉਹਨਾਂ ਦੀ ਕੀ ਮੰਗਾਂ ਨੇ, ਉਹ ਵੀ ਚਰਚਾ ਕਰਾਂਗੇ। ਆਏ ਹੋਏ ਮਹਿਮਾਨਾਂ ਦਾ ਰਸਮੀ ਤਾਰਫ ਕਰਵਾਉਂਦਾ ਹੋਇਆ ਉਹਨਾਂ ਦਾ ਇਸਤਕਬਾਲ ਕਰਾਂਗਾ। ਸਾਡੇ ਨਾਲ ਜਗਤਾਰ ਸਿੰਘ ਢੱਡਾ ਸਾਹਿਬ ਆਮ ਆਦਮੀ ਪਾਰਟੀ ਤੋਂ ਆਇਆ, ਜਨਾਬ ਜੀਓ ਆਇਆਂ ਨੂੰ। ਕਾਂਗਰਸ ਤੋਂ ਨਰਿੰਦਰ ਸੰਧੂ ਸਾਹਿਬ ਤਸ਼ਰੀਫ ਲੈ ਕੇ ਇਸਤਕਬਾਲ ਇਸ ਚਰਚਾ 'ਚ। ਅਮਨਜੋਤ ਕੌਰ ਰਾਮੂ ਵਾਲੀ ਬੀਜੇਪੀ ਤੋਂ ਆਪਣੀ ਗੱਲਬਾਤ ਰੱਖਣਗੇ। ਤੁਹਾਡਾ ਸਵਾਗਤ ਹੈ ਇਸ ਚਰਚਾ 'ਚ। ਸਭ ਤੋਂ ਪਹਿਲਾਂ ਸਿੰਘ ਢੱਡਾ ਸਾਹਿਬ, ਗੱਲ ਇਹ ਆ ਕਿ ਮੁੱਖ ਮੰਤਰੀ ਸਾਹਿਬ ਨੇ ਜ਼ਿਕਰ 2019 ਦੀ ਲੋਕ ਸਭਾ ਦੇ ਵਿੱਚ 500 ਦਾ ਕੀਤਾ ਸੀਗਾ, ਪਰ ਇਸ ਵਾਰੀ ਚਾਹੇ ਉਹਨਾਂ ਨੇ ਚੰਗਾ ਕਦਮ ਪੱਟਿਆ, ਉਹਨਾਂ ਨੇ ਕਿਹਾ ਕਿ ਜਿਹੜੀ ਇਹ ਮਿਹਨਤਾਨਾ ਵਧਣਾ ਚਾਹੀਦਾ ਹੈ, ਪਰ ਉਹ 500 ਤੱਕ ਟੀਚਾ ਨਹੀਂ ਰੱਖਿਆ। ਟੀਚਾ ਕਾਹਤੋਂ ਘੱਟ ਰੱਖ ਲਿਆ?
ਦੇਖੋ ਇਹ ਗੱਲ ਜਿਹੜੀ ਜਿੱਥੇ ਕ ਹੁਣ ਵੇਜਸ ਹੈਗੇ ਆ ਜੀ। ਉਹਦੇ ਹਿਸਾਬ ਨਾਲ ਸੀਗੀ, ਉਹਦੇ ਹਿਸਾਬ ਨਾਲ ਅਸੀਂ ਕਹਿੰਦੇ ਆ ਜਿਸ ਤਰ੍ਹਾਂ ਇੱਥੇ ਜਿੱਦਾਂ 303 ਰੁਪਏ ਹੈਗਾ ਆ ਤੇ ਨੇਬਰਿੰਗ ਹਰਿਆਣਾ ਦੇ ਵਿੱਚ ਹੀ ਸਾਡੇ ਨਾਲੋਂ ਜ਼ਿਆਦਾ ਹੈਗਾ 357, ਜਦ ਕਿ ਇਕਨੋਮਿਕਲ ਕੰਡੀਸ਼ਨ, ਜਿਓਗ੍ਰਾਫੀਕਲ ਸਿਚੁਏਸ਼ਨ ਉਹ ਸਾਰਾ ਕੁਝ ਹੈਗਾ ਆ। ਸੋ ਉਹਦੇ ਵਿੱਚ ਪੀਰੀਓਡਿਕਲੀ ਵਾਧੇ ਦੀ ਮੰਗ ਅਸੀਂ ਕਰਾਂਗੇ। ਪਹਿਲਾਂ ਇਹ ਸੀਗਾ ਵੀ ਜਿੰਨਾ ਵਧਾਇਆ ਜਾ ਸਕਦਾ ਕੁਝ ਤਾਂ ਵਧਾਇਆ ਜਾਵੇ। ਇਹਦੇ ਚ ਇਕੱਲਾ ਧਾਲੀਵਾਲ ਸਾਹਿਬ ਇਹ ਹੀ ਨਹੀਂ ਹੈ ਕਿ ਕਿੰਨੀ ਦਿਹਾੜੀ ਹੈ, ਇਹ ਵੀ ਬਹੁਤ ਅਹਿਮ ਹੈ ਕਿ ਵਿਅਕਤੀ ਨੂੰ ਪ੍ਰਤੀ ਘੰਟਾ ਜਾਂ ਪ੍ਰਤੀ ਦਿਨ ਕਿੰਨੀ ਪੈਸੇ ਮਿਲਦੇ ਆ ਤੇ ਉਹਨੇ ਪੈਸੇ ਨਾਲ ਕੀ ਗੁਜ਼ਾਰਾ ਹੋ ਸਕਦਾ। ਫਿਰ ਉਹ ਸਾਲ ਦੇ ਵਿੱਚ ਵੀ 100 ਦਿਨ ਦੀ ਹੈਗੀ ਆ ਵੀ 100 ਦਿਨ ਘੱਟੋ ਘੱਟ ਦੇਣਾ, 100 ਦਿਨ ਦਾ ਵੀ ਇੰਪਲੋਇਮੈਂਟ ਨਹੀਂ ਮਿਲਦੀ ਹੈਗੀ। ਬਹੁਤ ਲੋਕ ਜਿਹੜੇ ਕਰਦੇ ਆ ਔਰ ਈਵਨ ਜਦੋਂ ਇੰਪਲੋਇਮੈਂਟ ਹੋ ਜਾਂਦੀ ਆ, ਜਿੱਦਾਂ ਭਗਵੰਤ ਮਾਨ ਸਾਹਿਬ ਨੇ, ਮੁੱਖ ਮੰਤਰੀ ਸਾਹਿਬ ਨੇ ਜਦੋਂ ਇਹ MP ਸੀਗੇ ਉੱਥੇ ਉਠਾਇਆ ਸੀਗਾ, ਤੁਸੀਂ ਛਾਇਆ ਵੀ ਕੀਤਾ ਕਿ ਉਸੇ ਦਿਨ ਮਜ਼ਦੂਰੀ ਮਿਲੇ, ਜਦ ਕਿ ਆਮ ਤੌਰ ਤੇ ਜਿੱਥੇ ਵੀ ਹੋਰ ਮਜ਼ਦੂਰ ਕੰਮ ਕਰਦੇ ਉਹਨਾਂ ਨੂੰ ਸੇਮ ਡੇ ਜਿਹੜਾ ਡੌਕ ਲੇਬਰ ਨੂੰ ਮਿਲਦੀ ਹੈ। ਤੇ ਇੱਥੇ ਮਜ਼ਦੂਰੀ ਵੀ ਕਈ ਵਾਰੀ ਮੁਜ਼ਾਹਰੇ ਕੀਤੇ ਗਏ ਆ ਕਿ ਸਾਨੂੰ ਇੰਨੀ ਦੇਰ ਦੀ ਸਾਡੀ ਮਜ਼ਦੂਰੀ ਰਹਿੰਦੀ ਆ ਔਰ ਉਹਦੇ ਵਿੱਚੋਂ ਪੈਸੇ ਖਾਣ ਦੀਆਂ ਜਿਹੜੀਆਂ ਘਟਨਾਵਾਂ ਹੋਈਆਂ ਆ, ਕਰਪਸ਼ਨ ਦੀਆਂ ਘਟਨਾਵਾਂ ਹੋਈਆਂ, ਲੇਬਰ ਦੇ ਤੌਰ ਤੇ ਵਿਗਾੜ ਲੈਣ ਦੀਆਂ ਘਟਨਾਵਾਂ ਹੋਈਆਂ ਤੇ ਕਿਸੇ ਹੋਰ ਦੇ ਨਾਮ ਤੇ ਬਿੱਲ, ਕਿਸੇ ਹੋਰ ਦੇ ਨਾਂ ਤੇ ਕੰਮ ਕਿਸੇ ਹੋਰ ਨੇ ਕੀਤਾ, ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ। ਈਵਨ ਕਈ ਅਫੀਸ਼ੀਅਲਸ ਤੇ ਵੀ ਗੱਲਾਂ ਬਾਤਾਂ ਹੋਈਆਂ, ਫੰਡ ਰੋਕਣ ਦੀਆਂ ਗੱਲਾਂ ਹੋਈਆਂ ਕੇਂਦਰ ਸਰਕਾਰ ਵੱਲੋਂ ਕਿ ਇੰਨੇ ਫੰਡ ਜਿਹੜੇ ਐਤਕੀ ਦੇਣੇ ਆ, ਆਏ ਹੋਏ ਫੰਡ ਯੂਟੀਲਾਈਜ਼ ਨਾ ਕਰਨਾ ਸਰਕਾਰ, ਸਟੇਟ ਸਰਕਾਰਾਂ ਦੀਆਂ ਘਟਨਾਵਾਂ ਹੋਈਆਂ, ਜਦ ਕਿ ਇਹ ਸਕੀਮ ਜਿਹੜੀ ਆ ਮਿਨੀਮਮ ਰੁਜ਼ਗਾਰ ਦੀ ਹੈ, ਲੋਐਸਟ ਵੇਜਸ ਨੇ। ਬਿਲਕੁਲ। ਸੰਧੂ ਸਾਹਿਬ, ਗੱਲ ਇਹ ਹੈ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਐਮਪਲਾਇਮੈਂਟ ਗਰੰਟੀ ਐਕਟ ਮਗਨਰੇਗਾ ਦੀ, ਕਾਂਗਰਸ ਦੀ ਸਰਕਾਰ ਦੇ ਵਿੱਚ ਐਕਟ ਬਣ ਕੇ ਹੋਣ ਦੇ ਵਿੱਚ ਆਇਆ। ਤਵੱਕੋ ਤੁਹਾਡੇ ਤੋਂ ਕੀਤੀ ਜਾ ਰਹੀ ਸੀ, ਤੁਸੀਂ ਇਸ ਚੀਜ਼ ਦੀ ਆਵਾਜ਼ ਬੁਲੰਦ ਕਰਦੇ, ਕਾਂਗਰਸ ਇਸ ਦੀ ਗੱਲ ਜ਼ਿਕਰ ਕਰਦੀ ਕਿ ਘੱਟੋ ਘੱਟ ਜਿਹੜੀ ਉਜਰਤ ਦਿੱਤੀ ਜਾਂਦੀ ਹੈ ਮਜ਼ਦੂਰਾਂ ਨੂੰ ਉਹਦੇ ਵਿੱਚ ਵਾਧਾ ਕੀਤਾ ਜਾਵੇ, ਪਰ ਇਹਨਾਂ ਦੀ ਬਜਾਏ ਜ਼ੋਰ ਹੋਰਨਾਂ ਪਾਲਿਸੀਜ਼ ਦੇ ਉੱਤੇ ਲੱਗਿਆ ਹੋਇਆ ਜ਼ਿਆਦਾ। ਸਭ ਨੂੰ ਪਤਾ ਵੀ ਇਹ ਜਦੋਂ ਸਰਦਾਰ ਮਨਮੋਹਨ ਸਿੰਘ ਜੀ ਦੀ UPA 1 ਸੀ ਉਦੋਂ ਇਹ ਸਕੀਮ ਸ਼ੁਰੂ ਕੀਤੀ ਸੀ ਜੀ। ਔਰ ਦੇਖੋ ਕਿੰਨਾ ਵਿਜ਼ਨ ਚੰਗਾ ਸੀ ਵੀ ਇਹ ਕਿਹਾ ਗਿਆ ਸੀ ਵੀ ਜਿੰਨਾ ਕੋ ਕੋਈ ਕੰਮ ਨਹੀਂ ਉਹਨਾਂ ਨੂੰ ਘੱਟੋ ਘੱਟ 100 ਦਿਨ ਦਾ ਕੰਮ ਮਿਲਦਾ। ਔਰ ਤੁਸੀਂ ਵੇਖਿਆ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਆਮ ਤੁਸੀਂ ਵੇਖਿਆ ਪਿੰਡਾਂ ਦੇ ਵਿੱਚ ਜਾਂਦੇ ਸਨ ਤੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਸੀ। ਸਮਥਿੰਗ ਇਜ਼ ਬੈਟਰ ਦੈਨ ਕੁਛ ਨਾ ਕੁਛ ਜਿਹੜਾ ਉਹ ਮਿਲਦਾ ਸੀ। ਹੁਣ ਜਿੱਥੇ ਤੱਕ ਤੁਸੀਂ ਗੱਲ ਕੀਤੀ ਆ, ਦੇਖੋ ਸਰਕਾਰ ਸਾਡੀ ਹੈ ਨਹੀਂ, ਸਰਕਾਰ ਹੈ ਆਮ ਆਦਮੀ ਦੀ। ਨਹੀਂ, ਮੈਂ ਤਾਂ ਹੀ ਸਵਾਲ ਕੀਤਾ ਸੰਧੂ ਸਾਹਿਬ, ਮੈਂ ਤਾਂ ਹੀ ਸਵਾਲ ਕੀਤਾ ਵੀ ਤੁਹਾਨੂੰ ਇਹਦੀ ਤਰਜਮਾਨੀ ਜ਼ਿਆਦਾ ਕਰਨੀ ਚਾਹੀਦੀ ਸੀਗੀ ਵੀ ਸਾਡੀ ਲਿਆਂਦੀ ਹੋਈ ਸਕੀਮ ਹੈ ਉਹਦੇ ਉੱਤੇ ਪਹਿਰਾ ਦੇਣ ਦੀ ਜ਼ਰੂਰਤ ਕਾਂਗਰਸ ਦੀ ਜਿਹੜੀ ਸੂਬਾਈ ਸਰਕਾਰਾਂ ਨੇ ਉਹਨਾਂ ਨੂੰ ਜ਼ਿਆਦਾ ਸੀਗੀ ਇਹਦੀ। ਧਾਰੀਵਾਲ ਜੀ, ਫਿਰ ਤਾਂ ਜੇ ਆਪਾਂ ਗੱਲ ਕਰੀਏ ਤੇ ਫਿਰ ਬਾਹਰ ਨਿਕਲੇ ਕਿ ਦੂਰ ਤੱਕ ਜਾਏ, ਲੇਕਿਨ ਮੈਂ ਖੋਲ ਦੇਣਾ ਆ ਸਰਕਾਰੀ ਬੱਸਾਂ ਦੇ ਡਰਾਈਵਰ ਜਿਹੜੀ ਆਪਣੀ 5% ਤਨਖਾਹਾਂ ਵਧਾਉਣ ਡਏ ਆ ਤੇ ਕਹਿੰਦੇ ਸਾਡਾ ਜਿਹੜਾ ਹੋਰ ਵੀ ਕਈ ਠੀਕ ਕਰੋ, ਉਹਨਾਂ ਤੇ ਇਹ ਗੌਰ ਨਹੀਂ ਕਰਦੇ। ਅੱਛਾ, ਹੈਂਡੀਕੈਪ ਬਲਾਈਂਡ ਇਹਨਾਂ ਦੇ ਆਵਾਜ਼ ਤੇ ਜਾ ਕੇ ਮੁਜ਼ਾਹਰੇ ਕਰਨ ਡਏ, ਉਹਨਾਂ ਨੂੰ ਮਿਲਦਾ ਨਾ ਕੋਈ ਟਾਈਮ ਹੀ ਨਹੀਂਗਾ। ਅੱਛਾ, 3736 ਕੱਚੇ ਮੁਲਾਜ਼ਮ ਜਿਹੜੇ ਪੰਜਾਬ ਭਰ ਚ ਅਰਥੀ ਫੂਕ ਮੁਜ਼ਾਹਰੇ ਕਰਨ ਡਏ ਨੇ, ਪਾਣੀ ਦੀਆਂ ਟੈਂਕੀਆਂ ਤੇ ਚੜੇ ਫਿਰਦੇ ਨੇ, ਉਹਨਾਂ ਨੂੰ ਇਨਸਾਫ ਦੇਣ ਦੇ। ਮੈਂ ਇਹ ਨਹੀਂ ਕਹਿੰਦਾ ਕਿ ਉਹ ਠੀਕ ਹੈ ਇਹਨਾਂ ਦਾ, ਇਹ ਬਿਲਕੁਲ ਵਧੀਆ ਕੀਤਾ ਹੈ, ਅਸੀਂ ਐਪਰੀਸ਼ੀਏਟ ਕਰਦੇ ਹਾਂ, ਵਧੀਆ ਵਾ ਵੀ ਕਿਸੇ ਗਰੀਬ ਨੂੰ ਦਿਹਾੜੀ ਵੱਧ ਮਿਲੇ, 500 ਮਿਲੇ, ਮੈਂ ਇਹਦੇ ਫੇਵਰ ਚ ਹਾਂ, ਪੰਜਾਬ ਕਾਂਗਰਸ ਦੇ ਵਿੱਚ ਫੇਵਰ ਚ ਹਾਂ। ਪਰ ਆਪਣੀ ਪੀੜ੍ਹੀ ਤੱਕ ਤੇ ਪਹਿਲਾਂ ਛੋਟਾ ਫੇਰ ਲੈਣਾ। RDF ਦੇ ਵਿੱਚ ਜਿਹੜੇ ਫੰਡ ਦੁਰਵਰਤੋਂ ਕਰਦੀ ਉਹਦਾ ਹਿਸਾਬ ਦੇਤਾ, ਕਿਉਂ ਇਹਨਾਂ ਦਾ ਰੋਕਿਆ? ਹਿਸਾਬ ਤੇ ਕਰਕੇ ਦਿੰਦੇ ਨਹੀਂਗੇ ਪੈਸੇ ਨੂੰ, ਤੁਸੀਂ ਤਾਂ ਉਸ ਤੇ ਯੂਜ਼ ਕਰ ਲੈਂਦੇ ਨੇ। ਸਹੀ ਤਾਂ ਕਰਨ ਤੇ ਇਹਨਾਂ ਨੂੰ ਆਦਤ ਜਾਵੇ ਕਿ ਮੈਂ ਇਹ ਹੱਕ 'ਚ ਹਾਂ, ਮੈਂ ਹੱਕ 'ਚ ਹਾਂ, ਮਨਰੇਗਾ ਦੇ ਲੋਕਾਂ ਨੂੰ ਪੈਸੇ ਵੱਧ ਮਿਲਣ, ਗਰੀਬ ਨੂੰ ਉਜਰਤ ਮਿਲੇ, ਦਿਹਾੜੀ ਮਿਲੇ, ਵਧੀਆ ਗੱਲ ਹੈ। ਪਰ ਮਤਲਬ ਪ੍ਰਚਾਰ ਜ਼ਿਆਦਾ ਕਰ ਲੈਂਦੇ ਨੇ, ਹਰ ਚੀਜ਼ ਦਾ ਪ੍ਰਚਾਰ ਬਹੁਤ ਜ਼ਿਆਦਾ ਵਧਾ ਕੇ ਕਰ ਲੈਂਦੇ ਨੇ, ਉਹ ਤੇ ਆਟੋਮੈਟਿਕਲੀ ਵਧਣੀਆਂ। ਦੇਖੋ ਜਿਹੜੀ ਦਿਹਾੜੀ ਤੁਹਾਨੂੰ ਪਤਾ ਜਦੋਂ ਮਹਿੰਗਾਈ ਵਧੀ ਜਾਣੀ ਤੇ ਪਿੱਛੇ ਵੱਧਦੀ ਜਾਣੀ ਆ, ਇਹ ਹੋਈ ਜਾਣੀ। ਹੋ ਸਕਦਾ ਅੱਜ ਤੋਂ 10 ਸਾਲਾਂ ਬਾਅਦ ਇਹ 2000 ਰੁਪਏ ਵੱਧ ਜਾਣੀ ਆ, ਪਰ ਇਹ ਨਜਾਇਜ਼ ਰੌਲਾ ਜ਼ਿਆਦਾ ਪਾ ਲੈਂਦੇ ਨੇ। ਜਿਹੜੇ ਪੰਜਾਬ ਦੇ ਮਸਲੇ ਮੈਂ ਤੁਹਾਨੂੰ ਦੱਸਦੇ, ਉਹਨਾਂ ਚੋਂ ਇੱਕ ਹੀ ਦੱਸੋ ਇਹਨਾਂ ਨੇ ਮਸਲਾ ਸੋਲਵ ਕੀਤਾ। ਪਰ ਚਲੋ ਅਸੀਂ ਉਮੀਦ ਕਰਦੇ ਹਾਂ ਵੀ 2000 ਹੋ ਜੇ, ਪਰ ਜਦੋਂ 2000 ਹੋਏਗੀ ਉਦੋਂ ਮਹਿੰਗਾਈ ਦਰ ਕਿੱਥੇ ਖੜੀ ਹੋਏਗੀ ਇਹ ਵੀ ਦੇਖਣਾ ਹੋਏਗਾ। ਅਮਨਜੋਤ ਜੀ, ਇਹ ਗੁਹਾਰ ਮੁੱਖ ਮੰਤਰੀ ਪੰਜਾਬ ਨੇ ਕੇਂਦਰ ਦਰਬਾਰ ਦੇ ਵਿੱਚ ਲਾਈ ਹੈ। ਇਦੋਂ ਪਹਿਲਾਂ ਲਾਈਆਂ ਗੁਹਾਰਾਂ ਸਾਰੀਆਂ ਬੇਅਰਥ ਗਈਆਂ ਨੇ, ਕਿਉਂਕਿ ਉਹਦੇ ਉੱਤੇ ਕੋਈ ਜਵਾਬ ਨਹੀਂ ਆਇਆ ਤੇ ਨਾ ਹੀ ਕੋਈ ਪੈਸਾ ਆਇਆ। ਇਹ ਤਾਂ ਗੱਲ ਹੁਣ ਮਜ਼ਦੂਰ ਦੀ ਹੈ, ਮਜ਼ਦੂਰ ਦਾ ਮੁਲਕ ਦਾ ਸਾਂਝਾ ਹੈ, ਉਹ ਤਾਂ ਕਿਸੇ ਪਾਰਟੀ ਦਾ ਨਹੀਂ, ਧਿਰ ਦਾ ਨਹੀਂ। ਕੋਈ ਠੰਡੀ ਹਵਾ ਦਾ ਬੁੱਲਾ ਦਿੱਲੀੋਂ ਆਊਗਾ, ਕੋਈ ਮਨ ਮਿਹਰ ਪਊਗੀ, ਕੋਈ ਰਹਿਮਤ ਹੋਊਗੀ।
ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹੁੰਦੀ ਹਾਂ, ਚੰਗੀ ਗੱਲ ਆ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗਣੇ ਚਾਹੀਦੇ ਆ ਪੈਸੇ ਜੋ ਸਾਡੇ ਹੱਕ ਆ। ਇਸ ਲਈ ਮੁੱਖ ਮੰਤਰੀ ਸਾਹਿਬ ਨੂੰ ਬਣਾਇਆ ਗਿਆ, ਇਹਨਾਂ ਦੀ ਆਦਮੀ ਪਾਰਟੀ ਨੂੰ ਜਿਤਾਇਆ ਗਿਆ। ਜੇ ਅਸੀਂ ਹੋਰ ਸਟੇਟਾਂ ਨਾਲੋਂ ਪਿੱਛੇ ਆ ਮਨਰੇਗਾ 'ਚ ਔਰ ਦਿਹਾੜੀਦਾਰ ਦੇ ਵਿੱਚ, ਔਰ 100 ਦਿਨ ਦੇ ਲਗਾਤਾਰ ਦਿਹਾੜੀ ਲਾਉਣੀ ਵੀ ਚਾਹੀਦੀ ਆ ਜਿਹੜੇ ਲੋਕਾਂ ਨੇ ਅਪਲਾਈਡ ਆ। ਇਹਦੇ 'ਚ ਕੋਈ ਮਾੜੀ ਗੱਲ ਨਹੀਂ ਆ, ਪੈਸੇ ਮੰਗਣੇ ਤੋਂ ਬਹੁਤ ਚੰਗੀ ਗੱਲ ਆ। ਔਰ ਕੇਂਦਰ ਮੈਨੂੰ ਪੂਰੀ ਉਮੀਦ ਆ ਦੇਊਗਾ ਵੀ, ਕਿਉਂਕਿ ਕੇਂਦਰ ਨੇ ਅੱਗੇ ਵੀ ਜਦੋਂ ਪੰਜਾਬ ਸਰਕਾਰ ਨੇ ਮਦਦ ਮੰਗੀ ਆ ਉਹਨਾਂ ਨੂੰ ਦਿੱਤੀ ਗਈ ਆ। ਬਾਕੀ ਉਹਨਾਂ ਨੂੰ ਇੱਕ ਆਦਤ ਆ ਕਿ ਹਾਇਰ ਕਰਨ ਦੀ ਉਹਨਾਂ ਦੀ ਮਰਜ਼ੀ ਆ। ਪਰ ਮੇਰਾ ਸਵਾਲ ਇਹ ਆ ਕਿ ਜੋ ਆਯੁਸ਼ਮਾਨ ਭਾਰਤ ਸੀਗਾ ਉਹਦੀ ਸਕੀਮ ਜੋ 5 ਲੱਖ ਰੁਪਇਆ ਇੱਕ ਬਿਮਾਰ ਨੂੰ ਮਿਲਦੀ ਸੀ, 5 ਲੱਖ ਰੁਪਏ ਇੱਕ ਕਿਸੇ ਨੇ ਆਪਰੇਸ਼ਨ ਕਰਾਉਣਾ ਬਿਮਾਰ ਨੂੰ ਮਿਲਦੀ ਆ, ਔਰ ਉਹਦੇ ਲਈ ਇਹਨਾਂ ਨੇ PGI ਦੇ ਪੈਸੇ ਨਹੀਂ ਮੋੜੇ ਔਰ 32 ਦੇ ਹਸਪੀਟਲ ਦੇ ਪੈਸੇ ਨਹੀਂ ਮੋੜੇ, ਔਰ ਕਿੰਨੇ ਲੋਕਾਂ ਨੂੰ 1400 ਮਰੀਜ਼ ਜਿਹੜੇ ਹੈਗੇ ਆ ਉਹ ਬਿਨਾਂ ਇਲਾਜ ਤੋਂ ਰਹਿ ਗਏ। ਔਰ ਫਿਰ ਜਿੰਨੇ ਅੱਜ ਤੁਸੀਂ ਦੇਖ ਲਓ ਕਿ ਕਿਵੇਂ ਲੋਕ ਸੜਕਾਂ ਤੇ ਤੁਰੇ ਫਿਰਦੇ ਆ ਨੌਕਰੀਆਂ ਲਈ। ਉਹਨੇ ਭਾਈ ਸਾਹਿਬ ਨੇ ਠੀਕ ਕਿਹਾ ਕਿ ਟੈਂਕੀਆਂ ਤੇ ਚੜੇ ਹੋਏ ਲੋਕ, ਉੱਥੇ ਮੈਂ ਇਹਨਾਂ ਨੂੰ ਇਹ ਵੀ ਪੁੱਛਣਾ ਚਾਹੁੰਦੀ ਹਾਂ ਕਿ ਜੋ ਇਹਨਾਂ ਨੇ ਵਾਅਦੇ ਕੀਤੇ ਆ 1000 ਰੁਪਏ ਮਹਿਲਾਵਾਂ ਨੂੰ, ਉਹ ਕੀ ਦੇਣਗੇ? ਜੇ ਮਨਰੇਗਾ ਦੇ ਨਾਲ 1000 ਰੁਪਏ ਮਹਿਲਾਵਾਂ ਨੂੰ ਮਿਲੇ ਤਾਂ ਉਹਨਾਂ ਦੇ ਗੁਜ਼ਾਰੇ ਚੰਗੇ ਹੋ ਸਕਦੇ ਆ। ਜਿਹੜੀ ਇਹਨਾਂ ਨੇ ਨਸ਼ਾ ਮੁਕਤ ਪੰਜਾਬ ਦੀ ਗੁਹਾਰ ਸੀ, ਅਸੀਂ ਤਾਂ ਘੰਟਿਆਂ ਦੇ 24 ਘੰਟੇ ਦੇ ਵਿੱਚ ਨਸ਼ਾ ਮੁਕਤ ਕਰਾ ਦਾਂਗੇ ਪੰਜਾਬ ਨੂੰ, ਔਰ ਬੇਗੈਰਤੀ ਦੋਸ਼ੀਆਂ ਨੂੰ ਫੜ ਕੇ 24 ਘੰਟੇ ਦੇ ਚੱਕਰ ਦੇ ਦਾਂਗੇ। ਇਸ ਲਾਅ ਇਹਨਾਂ ਤੋਂ ਬਿਲਕੁਲ ਆਊਟ ਆਫ ਕੰਟਰੋਲ ਆ। ਇਹਨਾਂ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਆ। ਔਰ ਇੱਕ ਗੱਲ ਇਹਨਾਂ ਨੂੰ ਹੋਰ ਹੈ ਕਿ ਹਮੇਸ਼ਾ ਜਿਹੜੀ ਸਰਕਾਰ ਕੇਂਦਰ ਦੇ ਵਿੱਚ ਆ ਉਹਦੇ ਨਾਲ ਪੰਜਾਬ ਦੀ ਸਰਕਾਰ ਰਲ ਕੇ ਨਹੀਂ ਚੱਲਦੀ, ਹਮੇਸ਼ਾ ਖੁੰਡਾ ਚੱਕ ਕੇ ਖੜੀ ਰਹਿੰਦੀ ਹੈ। ਔਰ ਇਹ ਭਾਵਨਾਵਾਂ ਸਾਨੂੰ ਬਦਲਣੀਆਂ ਪੈਣੀਆਂ। ਜਿਹੜਾ ਰਾਸ਼ਨ ਆਇਆ ਉਹ ਵੰਡਿਆ ਗਿਆ ਸਿਰਫ ਇਸ ਲਈ ਕਿ ਪਹਿਲਾਂ ਮੁੱਖ ਮੰਤਰੀ ਦੀ ਫੋਟੋ ਬੈਗ ਤੇ ਲੱਗ ਜਾਏ ਔਰ ਲੋਕੀ ਵਿਚਾਰੇ ਕਈ ਮਹੀਨਿਆਂ ਤੱਕ ਬਿਨਾਂ ਰਾਸ਼ਨ ਤੋਂ ਸਫਰ ਕਰਦੇ ਰਹੇ, ਖਾਣਾ ਟਾਈਮ ਨਾ ਮਿਲੇ। ਜਦੋਂ ਉੱਤਰ ਕੇਂਦਰ ਸਰਕਾਰ ਦੀਆਂ ਸਕੀਮਾਂ ਆਉਂਦੀਆਂ ਉਹਨਾਂ ਨੂੰ ਪ੍ਰੋਪਰਲੀ ਪਹੁੰਚਾਇਆ ਜਾਣਾ ਚਾਹੀਦਾ। ਤੁਹਾਡਾ ਇਲਜ਼ਾਮ ਹੈ ਕਿ ਮਿਸਯੂਜ਼ ਹੁੰਦਾ ਹੈ ਤੇ ਤੁਹਾਡੇ ਨਾਲ ਰਲ ਕੇ ਨਹੀਂ ਚੱਲਦੇ। ਮੈਂ ਸਿੰਘੜਾ ਸਾਹਿਬ ਤੋਂ ਮੈਂ ਜਵਾਬ ਲੈਣਾ। ਸਿੰਘੜਾ ਸਾਹਿਬ ਗੱਲ ਇਹ ਹੈ, ਕਹਿੰਦੇ ਵੀ ਹਰੇਕ ਗੱਲ ਤੇ ਤੁਸੀਂ ਕੇਂਦਰ ਨਾਲ ਖੁੰਡਾ ਖੜਕਾਉਂਦੇ ਰਹਿੰਦੇ ਹੋ ਤੇ ਜਿੱਥੇ ਰਲ ਕੇ ਚੱਲਣ ਦੀ ਲੋੜ ਹੁੰਦੀ ਹੈ ਉੱਥੇ ਰਲਦੇ ਨਹੀਂ ਹੈ, ਤੇ ਫਿਰ ਤੁਸੀਂ ਜਦੋਂ ਆਪਦੀਆਂ ਕੀਤੇ ਹੋਏ ਵਾਅਦੇ ਵਫਾ ਨਹੀਂ ਹੁੰਦੇ ਫਿਰ ਸਾਡੇ ਕੋਲ ਮੰਗਣ ਆ ਜਾਂਦੇ ਹੋ। ਅਮਨਜੋਤ ਜੀ, ਬਹੁਤ ਚੰਗਾ ਹੁੰਦਾ ਜੇ ਇਹ ਕੇਵਲ ਇੰਨਾ ਹੀ ਦੱਸ ਦਿੰਦੇ ਕਿ ਪੰਜਾਬ 'ਚ ਰੇਟ ਜਿਹੜਾ 303 ਕਿਉਂ ਆ ਤੇ ਹਰਿਆਣਾ 'ਚ ਰੇਟ 357 ਕਿਉਂ ਆ। ਵਧਾਉਣ ਨੂੰ ਤਾਂ ਇਹ 800 ਕਰ ਦੇਣ, ਜਿੰਨਾ ਹੀ ਮਜ਼ਦੂਰਾਂ ਨੂੰ ਮਿਲ ਜਾਵੇ ਉਨਾ ਹੀ ਥੋੜਾ ਆ, ਕਿਉਂਕਿ ਇਕਨੋਮਿਕਸ ਵੀ ਇਹ ਕਹਿੰਦੀ ਆ ਕਿ ਜਿਹੜੇ ਗਰੀਬ ਲੋਕ ਨੇ ਇਹ ਸਭ ਤੋਂ ਵੱਧ ਇਕਨੋਮਿਕ ਡਿਵੈਲਪਮੈਂਟ 'ਚ ਹਿੱਸਾ ਪਾਉਂਦੇ ਆ, ਕਿਉਂਕਿ ਜਿੰਨੀ ਦਿਹਾੜੀ ਮਿਲਣੀ ਆ ਉਹ ਸਾਰੀ ਹੀ ਖਰਚੀ ਜਾਣੀ ਆ, ਉਹ ਸਰਕੂਲੇਸ਼ਨ ਦੇ ਵਿੱਚ ਹੀ ਪੈਸਾ ਰਹਿਣਾ ਆ। ਸੋ ਇਹਨਾਂ ਨੂੰ ਤਾਂ ਜਿੰਨੇ ਵੀ ਪੈਸੇ ਦੇ ਦਿੱਤੇ ਜਾਣ ਥੋੜੇ ਆ, ਪਰ ਇਹ ਕੇਂਦਰ ਸਰਕਾਰ ਕਿਉਂ ਨਹੀਂ ਦੇ ਰਹੀ? ਸਕੀਮ ਜੇ ਚਲਾ ਰਹੇ ਆ, ਇਹ ਤਾਂ ਪਹਿਲਾਂ ਬੰਦ ਵੀ ਕਰਨ ਨੂੰ ਫਿਰਦੇ ਸੀਗੇ। ਬਾਕੀ ਜਿਹੜਾ ਸੰਧੂ ਸਾਹਿਬ ਨੇ ਵੀ ਗੱਲ ਕਹੀ ਆ, ਬੀਬੀ ਅਮਨਜੋਤ ਨੇ ਵੀ ਕਹੀ ਹੈ ਕਿ ਸਾਡੇ ਤੇ ਦੋਸ਼ ਲਾਉਣ ਲੱਗ ਜਾਂਦੇ ਆ। ਮੈਂ ਧਾਲੀਵਾਲ ਸਾਹਿਬ ਇੱਕ ਗੱਲ ਸਪਸ਼ਟ ਤੌਰ ਤੇ ਦੱਸਣੀ ਚਾਹੁੰਦਾ ਆ ਕਿ ਪਹਿਲੇ ਮੁੱਖ ਮੰਤਰੀ ਹੋਏ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਤੇ 1.25 ਸਾਲ ਹੋ ਗਿਆ ਆ, ਜਿਨ੍ਹਾਂ ਤੇ 2 ਰੁਪਏ ਦੀ ਕਰਪਸ਼ਨ ਦਾ ਦੋਸ਼ ਨਹੀਂ ਹੈ। ਤੇ ਜਿਹੜਾ ਉਹਨਾਂ ਦੀ ਵਾਵਾ ਆ ਉਹ ਕਿਹਨਾਂ ਕੰਮਾਂ 'ਚ ਕਿ ਪਹਿਲੇ ਦਿਨ ਤੋਂ ਹੀ ਵਾਅਦੇ ਪੂਰੇ ਕਰਨ ਲੱਗ ਗਏ ਸੀਗੇ। ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਨੇ, ਜਿਹੜੀ ਸਰਕਾਰ ਨੇ ਪਹਿਲੇ ਸਾਲ 'ਚ ਹੀ ਇੰਨੇ ਵਾਅਦੇ ਪੂਰੇ ਕਰਤੇ। ਇਹ ਕਹਿੰਦੇ ਵਾਅਦੇ ਨਹੀਂ ਪੂਰੇ ਕਰ ਰਹੇ। ਮਈ ਦੇ ਵਿੱਚ ਐਲਾਨ ਕਰਤਾ ਕਿ 1 ਜੁਲਾਈ ਤੋਂ ਬਿਜਲੀ ਫ੍ਰੀ 600 ਯੂਨਿਟ ਤੱਕ, ਤੇ ਸਾਰੀਆਂ ਪਾਰਟੀਆਂ ਨੇ ਕਾਫੀ ਡਮਰੂ ਵਜਾਇਆ, ਢੋਲ ਵਜਾਏ, ਮਤਲਬ ਚਰਚਾ ਕੀਤੀ ਕਿ ਬਿੱਲ ਕਿੱਦਾਂ ਕਰ ਦੇਣਗੇ, ਇੱਦਾਂ ਨਹੀਂ ਹੋਣਾ, ਇਹ ਹੋ ਜਾਏਗਾ, ਉਹ ਹੋ ਜਾਏਗਾ। 1 ਜੁਲਾਈ ਨੂੰ ਭਗਵੰਤ ਮਾਨ ਸਾਹਿਬ ਫੇਰ ਆਏ ਮੀਡੀਆ 'ਚ, ਉਹਨਾਂ ਨੇ ਐਲਾਨ ਕਰਤਾ ਕਿ ਅੱਜ ਤੋਂ ਬਿਜਲੀ ਫ੍ਰੀ। ਹੁਣ ਇਸ ਵੇਲੇ ਬਰਸੀ ਤੇ ਫੇਰ ਚੇਤੇ ਕਰਾਇਆ ਲੋਕਾਂ ਨੂੰ ਵੀ ਕਿੱਦਾਂ ਠੀਕ ਚੱਲ ਰਿਹਾ, ਜਿੱਥੇ ਕੋਈ ਹੈ ਸ਼ਿਕਾਇਤ ਕਰੋ।
ਇਸੇ ਤਰ੍ਹਾਂ ਹੀ ਇੱਕ ਵਿਧਾਇਕ ਇੱਕ ਪੈਨਸ਼ਨ ਹੋਰ ਹਰ ਇੱਕ ਚੀਜ਼ ਤੇ ਕਿੰਨੇ ਕੰਮ ਕਰਤੇ ਜਿਵੇਂ ਹੁਣ ਗਿਣਨ ਲੱਗਾ ਇੱਕ ਪਾਸਿਓਂ ਤੇ ਲਾਅ ਐਂਡ ਆਰਡਰ ਤੇ ਬਹੁਤ ਕੰਮ ਕੀਤਾ ਹਰ ਇੱਕ ਤੇ ਕੀਤਾ ਹੈ। ਯੂਪੀ ਵਿੱਚ ਜ਼ਿਆਦਾ ਜਿਹੜੀ ਆ ਸਥਿਤੀ ਮਾੜੀ ਆ, ਇੱਥੇ ਪੰਜਾਬ 'ਚ ਪਹਿਲਾਂ ਨਾਲੋਂ ਬਿਹਤਰ ਕੀਤੀ। ਗੈਂਗਸਟਰਵਾਦ ਇਹਨਾਂ ਨੇ ਸ਼ੁਰੂ ਕੀਤਾ ਸੀਗਾ, ਉਹਨੂੰ ਖਾਤਮੇ ਵੱਲ ਸਰਕਾਰ ਲੱਗੀ ਹੋਈ ਆ। ਇਨਕਮ ਸਰਕਾਰ ਦੀ ਵੱਧ ਗਈ ਆ। ਇੰਪਲੋਇਮੈਂਟ ਕੱਲ ਕਿਸੇ ਨੇ ਟਿੱਪਣੀ ਕੀਤੀ ਸੀਗੀ ਆਪੋਜੀਸ਼ਨ ਵਾਲਿਆਂ ਨੇ, ਮੈਂ ਠੋਕ ਕੇ ਜਵਾਬ ਦਿੱਤਾ ਸੀ। ਇੰਪਲੋਇਮੈਂਟ ਜਿਹੜੀ ਆ ਭਗਵੰਤ ਮਾਨ ਸਾਹਿਬ ਆਪ ਜਾ ਕੇ ਨਿਯੁਕਤੀ ਪੱਤਰ ਦਿੰਦੇ ਆ, ਉਹ ਨਿਯੁਕਤੀ ਪੱਤਰ ਲੈ ਕੇ ਬੱਚੇ ਜਿਹੜੇ ਆ ਮੁੰਡੇ ਕੁੜੀਆਂ ਸਿੱਧਾ ਹੀ ਜਾਂ ਟ੍ਰੇਨਿੰਗ 'ਚ ਜਾਂਦੇ ਆ ਜਾਂ ਜਿੱਥੇ ਕਿ ਥੋੜੀ ਟ੍ਰੇਨਿੰਗ ਦੀ ਲੋੜ ਆ ਜਾਂ ਘੱਟ ਟ੍ਰੇਨਿੰਗ ਦੀ ਲੋੜ ਆ ਉੱਥੇ ਸਿੱਧਾ ਆਪਣੇ ਦਫ਼ਤਰਾਂ 'ਚ ਜਾ ਕੇ ਕੰਮ ਕਰਨਾ ਸ਼ੁਰੂ ਕਰਦੇ ਆ। ਉੱਥੇ ਹੇਰਾਫੇਰੀ ਦੇ ਚਾਂਸ ਹੀ ਕੋਈ ਨਹੀਂ ਹੈ ਕਿ ਨਹੀਂ ਦਿੱਤੀ ਇੰਪਲੋਇਮੈਂਟ ਜਾਂ ਨਹੀਂ ਕੀਤਾ। ਇਲਜ਼ਾਮ ਇਹ ਲੱਗਦਾ ਹੈ ਸੰਘੇੜਾ ਸਾਹਿਬ ਵੀ ਕੰਮ ਘੱਟ ਉਹਨੂੰ ਗਲੋਰੀਫਾਈ ਜ਼ਿਆਦਾ ਕਰਨ ਦੇ ਵਿੱਚ ਪੈਸਾ ਵੇਸਟ ਹੋ ਰਿਹਾ। ਨਹੀਂ, ਇਹ ਇਹਨਾਂ ਨੂੰ ਇਹ ਘਬਰਾਹਟ ਹੈ ਨਾ ਆਪੋਜੀਸ਼ਨ ਪਾਰਟੀਆਂ ਦੇ ਵਿੱਚ। ਆਪੋਜੀਸ਼ਨ ਪਾਰਟੀਆਂ ਜਿਹੜੀਆਂ ਆ ਉਹਨਾਂ ਨੂੰ ਡਰ ਇਸ ਗੱਲ ਤੋਂ ਲੱਗਦਾ ਆ ਕਿ ਜਿਸ ਤਰ੍ਹਾਂ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਨੇ ਕੰਮ ਕੀਤੇ, ਬਾਰ-ਬਾਰ ਮੁੱਖ ਮੰਤਰੀ ਬਣ ਰਹੇ ਆ, ਇਦਾਂ ਭਗਵੰਤ ਮਾਨ ਸਾਹਿਬ ਵੀ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ ਕੰਮ ਹੀ ਕਰੀ ਜਾ ਰਹੇ ਆ। ਸਵੇਰ ਤੋਂ ਸ਼ੁਰੂ ਹੋ ਜਾਂਦੇ ਰਾਤ ਤੱਕ ਕੰਮ ਹੀ ਕਰੀ ਜਾਂਦੇ ਆ। ਇਹ ਬਾਰ-ਬਾਰ ਮੁੱਖ ਮੰਤਰੀ ਨਾ ਬਣਨ, ਇਸ ਕਰਕੇ ਇਹਨਾਂ ਨੂੰ ਹੋਰ ਕੁਝ ਲੱਭਦਾ ਨਹੀਂ। ਇਸ਼ਤਿਹਾਰ ਆ ਗਿਆ ਜੀ, ਤਾਮਿਲਨਾਡੂ 'ਚ ਵੀ ਆ ਗਿਆ, ਫਲਾਣਾ ਵੀ ਆ ਗਿਆ। ਇੱਕ ਪਬਲਿਕ ਰਿਲੇਸ਼ਨਸ ਡਿਪਾਰਟਮੈਂਟ ਹੈ। ਧਾਲੀਵਾਲ ਸਾਹਿਬ ਤੁਸੀਂ ਤਾਂ ਮੀਡੀਆ ਦੇ ਸੀਨੀਅਰ ਪੱਤਰਕਾਰ ਹੋ, ਸਾਰਿਆਂ ਦਾ ਹੀ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਨਾਲ ਵੀ ਵਾਹ ਪੈਂਦਾ ਹੈ। ਸਗੋਂ ਹੁਣ ਤਾਂ ਉਹਦੀ ਅਹਿਮੀਅਤ ਥੋੜੀ ਜਿਹੀ ਘਟ ਗਈ ਹੈ, ਟੈਕਨੋਲੋਜੀ ਆ ਗਈ, ਸੋਸ਼ਲ ਮੀਡੀਆ ਆ ਗਿਆ। ਨਹੀਂ ਤਾਂ ਮੈਜੋਰਿਟੀ ਪੱਤਰਕਾਰ ਮੇਰੇ ਵੀ ਦੋਸਤ ਨੇ ਜਿਹੜੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਕੀ ਰਿਲੀਜ਼ ਕਰਦਾ ਹੈ ਉਧਰ ਸਭ ਤੋਂ ਪਹਿਲਾਂ ਬੀਟ ਸ਼ੁਰੂ ਹੁੰਦੀ ਸੀਗੀ। ਸੋ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੇ ਤਹਿਤ ਸਰਕਾਰਾਂ ਪਹਿਲਾਂ ਵੀ ਆਪਣਾ ਪ੍ਰਚਾਰ ਕਰਦੀਆਂ ਸੀ, ਹੁਣ ਵੀ ਕਰਦੀਆਂ। ਸਾਡੀ ਹਰ ਗੱਲ ਨੂੰ ਇਹ ਜਿੱਥੇ ਕੋਈ ਸਿਆਸੀ ਫਾਇਦਾ ਲੈਣ ਦੀ ਕੋਸ਼ਿਸ਼ ਕਰਦੇ ਆ, ਭਾਵੇਂ ਜਿੰਨਾ ਮਰਜ਼ੀ ਚੰਗਾ ਕੰਮ ਹੋਵੇ। ਹੁਣ ਮਨਰੇਗਾ ਤੇ ਗੱਲ ਕੀਤੀ, ਸੰਧੂ ਸਾਹਿਬ ਕਹਿੰਦੇ ਤਾਂ ਆਟੋਮੈਟਿਕ ਹੈ, ਆਪਣੇ ਆਪ ਵੱਜਣ। ਸੰਧੂ ਸਾਹਿਬ ਨਥਿੰਗ ਇਜ਼ ਆਟੋਮੈਟਿਕ ਸਿਰਫ ਤੇ ਸਿਰਫ ਅਫਸਰਾਂ ਦੀ ਤੇ ਸਿਆਸਤਦਾਨਾਂ ਦੀ ਕਰਪਸ਼ਨ ਹੈ। ਜੇ ਰੋਕਣ ਲਈ ਡੰਡਾ ਨਾ ਹੋਵੇ ਭਗਵੰਤ ਮਾਨ ਸਾਹਿਬ ਵਰਗਾ, ਉਦਾਂ ਦਾ ਡੰਡਾ ਨਾ ਹੋਵੇ ਤਾਂ ਕਰਪਸ਼ਨ ਆਟੋਮੈਟਿਕ ਹੈ, ਹੋਰ ਕੁਝ ਵੀ ਆਟੋਮੈਟਿਕ ਨਹੀਂ ਹੈ। ਜੇ ਇਹ ਆਟੋਮੈਟਿਕ ਹੈ ਆਪਣੇ ਆਪ ਵੇਜਸ ਵਧੀਆਂ ਤਾਂ ਤੁਸੀਂ ਬਾਕੀ ਹੋਰ ਕਿੰਨੀ ਵਧਾਉਣੀ ਕੇਂਦਰ ਸਰਕਾਰ ਨੇ, ਬੀਬੀ ਜੀ ਦੱਸਣਗੇ। ਤੇ ਸਾਨੂੰ ਤੁਸੀਂ ਇਹ ਦੱਸੋ ਵੀ ਇਹ ਫਿਰ 303 ਕਿਉਂ ਆ ਪੰਜਾਬ ਦੇ ਵਿੱਚ? ਭਗਵੰਤ ਮਾਨ ਸਾਹਿਬ ਨੇ, ਮੁੱਖ ਮੰਤਰੀ ਸਾਹਿਬ ਨੇ ਜੇ ਇਹ ਮੁੱਦਾ ਚੱਕਿਆ, ਚਿੱਠੀ ਲਿਖੀ ਆ ਸ਼੍ਰੀ ਗਿਰੀਰਾਜ ਜੀ ਨੂੰ, ਯੂਨੀਅਨ ਮਿਨਿਸਟਰ ਨੂੰ, ਜਿਹੜੇ ਕਿ ਰੂਰਲ ਡਿਵੈਲਪਮੈਂਟ ਤੇ ਪੰਚਾਇਤੀ ਰਾਜ ਦੇ ਮਿਨਿਸਟਰ ਨੇ, ਤੇ ਕੋਈ ਮੁੱਦਾ ਆ ਉਹਦੇ ਹਿਸਾਬ ਨਾਲ ਰੱਖਿਓ, ਉਹਦਾ ਫੋਲੋਅਪ ਵੀ ਕਰਾਂਗੇ। ਜਦੋਂ ਵੀ ਭਗਵੰਤ ਮਾਨ ਸਾਹਿਬ ਕੋਈ ਸਟੇਟਮੈਂਟ ਦਿੰਦੇ ਆ ਜਾਂ ਚਿੱਠੀ ਪੱਤਰ ਲਿਖਦੇ ਆ, ਨਾਲੋਂ ਨਾਲ ਫੋਲੋਅਪ ਕਰਦੀ ਆ ਟੀਮ। ਅਸੀਂ ਵਧਾਵਾਂਗੇ, ਬੇਨਤੀਆਂ ਕਰਦੇ ਆ, ਸਾਰਾ ਕੁਝ ਕਰਦੇ ਆ। ਜਿਹੜੀ ਬੀਬੀ ਅਮਨਜੋਤ ਕੌਰ ਜੀ ਨੇ ਵੀ ਕਿਹਾ ਕਿ ਖੁੰਡਾ ਜ਼ਿਆਦਾ ਖੜਕਾਉਂਦੇ ਆ। ਖੁੰਡਾ ਵੀ ਜਦੋਂ ਛੋਟੀ ਪਾਰਟੀ ਨੂੰ ਕੁਚਲਣ ਤੇ ਆ ਜਾਵੇ ਵੱਡੀ ਪਾਰਟੀ ਤਾਂ ਫਿਰ ਖੜਕਾਉਣਾ ਪੈਂਦਾ ਆ। ਪਰ ਅਸੀਂ ਕੰਮ ਦੇ ਮਾਮਲੇ 'ਚ ਹਰ ਜਗ੍ਹਾ ਜਾ ਕੇ ਹੱਥ ਅੱਡਦੇ ਆ। ਮੈਂ ਕਹਿੰਦਾ ਬੀਬੀ ਜੀ ਹੱਥ ਕਿਉਂ ਨਾ ਅੱਡੀਏ? ਅਸੀਂ ਟੈਕਸ ਦਿੱਤਾ ਆ, ਮੈਂ ਦਿੱਤਾ ਆ, ਤੁਸੀਂ ਪੰਜਾਬ 'ਚ ਰਹਿੰਦੇ ਹੋ, ਤੁਸੀਂ ਦਿੱਤਾ, ਧਾਲੀਵਾਲ ਸਾਹਿਬ ਨੇ ਦਿੱਤਾ, ਮਜ਼ਦੂਰਾਂ ਨੇ ਦਿੱਤਾ, ਸਾਰਿਆਂ ਨੇ ਦਿੱਤਾ। ਭਗਵੰਤ ਮਾਨ ਸਾਹਿਬ ਨੇ ਕਿਹਾ ਸੀਗਾ ਸਿਰ ਤੇ ਪੱਖਾ ਚੱਲਦਾ ਆ, ਉਹਦੀ ਵੀ ਬਿਜਲੀ ਫੁੱਕ ਜਾਂਦੀ, ਉਹਦਾ ਵੀ ਟੈਕਸ ਲੱਗਦਾ, ਭਾਵੇਂ ਹੁਣ ਉਹਨਾਂ ਨੇ ਫ੍ਰੀ ਕਰਤੀ ਹੈ ਕਿ ਛੋਟੇ ਬੰਦੇ ਨੂੰ ਉਹਦਾ ਟੈਕਸ, ਜਿਹੜੇ ਗਰੀਬ ਬੰਦੇ ਆ ਉਹਨਾਂ ਨੂੰ ਉਹਦਾ ਟੈਕਸ ਨਹੀਂ ਲੱਗਦਾ। ਸੋ ਸਾਡਾ ਹੀ ਟੈਕਸ ਇਕੱਠਾ ਹੁੰਦਾ, ਉਹਦੇ ਵਿੱਚੋਂ ਕੁਛ ਜਿਹੜੇ ਫੰਡ ਕੇਂਦਰ ਤੋਂ ਆਉਣੇ ਚਾਹੀਦੇ ਅਸੀਂ ਉਹੀ ਮੰਗਦੇ ਆ। ਰੂਰਲ ਡਿਵੈਲਪਮੈਂਟ ਫੰਡ ਜੇ ਮੰਗਦੇ ਆ ਉਹ ਸਾਡਾ ਹੀ ਆ। ਮੈਂ ਮਨਾ ਨਹੀਂ ਕਰ ਰਹੀ, ਮੈਂ ਵੀਰ ਜੀ ਇਹੀ ਕਹਿ ਰਹੀ ਹਾਂ ਕਿ ਸਾਡਾ ਫਰਜ਼ ਆ ਮੰਗਣ ਦਾ, ਪੰਜਾਬ ਨੂੰ ਫੰਡ ਮੰਗਣੇ ਚਾਹੀਦੇ ਆ, ਸਾਡਾ ਹੱਕ ਬਣਦਾ ਹੈ। ਔਰ ਇਹ ਚੰਗੀ ਗੱਲ ਹੈ ਜੇ ਮੁੱਖ ਮੰਤਰੀ ਸਾਹਿਬ ਨੇ ਫੰਡ ਮੰਗਿਆ, ਪਰ ਜਿਹੜੀਆਂ ਦੂਜੀਆਂ ਗੱਲਾਂ ਹੈਗੀਆਂ ਉਹਨਾਂ ਦੇ ਵੀ ਤਾਂ ਧਿਆਨ ਦਿਓ ਕਿ ਰੂਰਲ ਫੰਡ ਜਿਹੜੇ ਆਉਂਦੇ ਆ, ਜਿਵੇਂ ਹੁਣ ਤੁਸੀਂ ਕਹਿੰਦੇ ਕੋਈ ਆਟੋਮੈਟਿਕ ਨਹੀਂ, ਕਿਸਾਨ ਨੂੰ ਆਟੋਮੈਟਿਕਲੀ 6000 ਰੁਪਏ ਪੈਨਸ਼ਨ ਉਹਨਾਂ ਦੇ ਖਾਤੇ 'ਚ ਜਾ ਰਹੀ ਆ, ਤੇ ਰਾਸ਼ਨ ਤੁਸੀਂ ਵੰਡੇ ਨਹੀਂ, ਕਈ ਮਹੀਨਿਆਂ ਤੱਕ ਤੁਸੀਂ ਰਾਸ਼ਨ ਰੋਕ ਕੇ ਰੱਖਿਆ। ਔਰ ਆਮ ਆਦਮੀ ਪਾਰਟੀ ਦੇ ਕਲੀਨਿਕ ਬਣਾਉਣ ਲਈ ਤੁਸੀਂ ਸੇਵਾ ਕੇਂਦਰ ਤੇ ਪਿਛਲੀਆਂ ਡਿਸਪੈਂਸਰੀਆਂ ਬੰਦ ਕਰਕੇ ਜਵਾਬ ਲੈ ਲਓ ਜੀ, ਜਵਾਬ ਲੈ ਲਓ ਬੀਬੀ, ਜਵਾਬ ਲੈ ਲਓ ਹੁਣ। ਔਰ ਭਗਤ ਸਿੰਘ, ਸ਼ਹੀਦ ਭਗਤ ਸਿੰਘ ਹੋਣਾ ਦੇ ਭਗਤਾਂ ਦੇ ਗੁਰੂਆਂ ਦੇ ਨਾਮ ਬਦਲ ਕੇ ਆਮ ਆਦਮੀ ਪਾਰਟੀ ਕਲੀਨਿਕ ਰੱਖਤਾ। ਔਰ ਜਵਾਬ ਲੈ ਲਓ ਨਾ, ਇਹ ਜਿਹੜਾ ਨਾ ਉਹਦੇ ਚ ਦਵਾਈਆਂ ਨਾ ਫੈਸਿਲਿਟੀਜ਼ ਆ,
ਤੁਸੀਂ ਮੇਰਾ ਦੇਖੋ ਡਰਾਮਾ ਤੁਸੀਂ ਸਾਡਾ ਕਰਦੇ ਨਹੀਂ ਹੋ। ਕੰਮ, ਸਾਡਾ ਨਹੀਂ ਕੰਮ ਸੜਕਾਂ ਦੇ ਨਾਮ ਬਦਲਣ ਦਾ, ਸਾਡਾ ਨਹੀਂ ਕੰਮ ਸਿਲੇਬਸ ਬਦਲਣ ਦਾ, ਉਹ ਤੁਹਾਡਾ ਕੰਮ ਹੈ, ਭਾਰਤੀ ਜਨਤਾ ਪਾਰਟੀ ਦਾ ਕੰਮ ਹੈ। ਅਸੀਂ ਤਾਂ ਨਹੀਂ, ਬਾਬਾ ਤੁਹਾਡਾ ਸਾਹਿਬ ਕੰਮ ਹੈ, ਅੰਬੇਦਕਰ ਦਾ ਤੁਸੀਂ- ਅਸੀਂ ਨਹੀਂ, ਹੁਣ ਮੈਨੂੰ ਤੁਸੀਂ ਵੀ ਗੱਲ ਕਰ ਲੈਂਦੇ ਬਾਹਰ ਬਾਹਨੇ ਨਾ ਹੋ। ਬੀਬੀ ਜੀ, ਸੁਣਨਾ ਨਹੀਂ, ਫਿਰ ਸਰੋਤਿਆਂ ਨੂੰ ਆਪਣਿਆਂ ਨੂੰ ਸੁਣਨਾ ਨਹੀਂ, ਮੈਂ ਤੁਹਾਡੇ ਜਵਾਬ ਦੇ ਦਿੰਦਾ। ਬਾਬਾ ਸਾਹਿਬ ਅੰਬੇਦਕਰ ਨੇ ਸੰਵਿਧਾਨ ਲਿਖਿਆ, ਬਹੁਤ ਦੇਸ਼ ਦੀ ਵੱਡੀ ਸ਼ਖਸੀਅਤ ਨੇ, ਬਹੁਤ ਵੱਡੀ, ਜਿਨ੍ਹਾਂ ਦੇ ਲਿਖੇ ਸੰਵਿਧਾਨ ਤੇ ਆਪਾਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਜਿਹੜਾ ਕਿ ਅਜੇ ਤੱਕ ਗਰੀਬਾਂ ਤੱਕ, ਬਾਟਮ ਤੱਕ ਨਹੀਂ ਪਹੁੰਚਿਆ। ਅਮਰ ਸ਼ਹੀਦ ਭਗਤ ਸਿੰਘ ਹੁਣਾਂ ਨੇ ਜੋ ਕੁਰਬਾਨੀ ਦਿੱਤੀ ਆ, ਉਹਦੀ ਮਿਸਾਲ ਲੈ ਕੇ ਅੱਜ ਦਾ ਯੂਥ ਤੋਂ ਲੈ ਕੇ ਬਜ਼ੁਰਗਾਂ ਤੱਕ ਅਸੀਂ ਸਾਰੇ ਇੰਸਪੀਰੇਸ਼ਨ ਲੈਂਦੇ ਆ। ਔਰ ਉਹ ਜੇ ਇਹੋ ਜਿਹਾ ਸ਼ਹੀਦ ਨਾ ਹੁੰਦੇ ਤਾਂ ਅਸੀਂ ਅੱਜ ਨੂੰ ਵੀ ਗੁਲਾਮ ਹੋਣਾ ਸੀ। ਸੋ ਉਹਨਾਂ ਦੀਆਂ ਫੋਟੋਆਂ ਲਾਉਣਾ ਕੋਈ ਗੁਨਾਹ ਨਹੀਂ ਹੈਗਾ। ਨੰਬਰ 2 ਤੇ ਆਰਡੀਐਫ ਦੀ ਤੁਸੀਂ ਗੱਲ ਕੀਤੀ ਆ, ਆਰਡੀਐਫ ਕਿਉਂ ਨਹੀਂ ਦੇ ਰਹੀ ਕੇਂਦਰ ਸਰਕਾਰ? ਸੰਧੂ ਸਾਹਿਬ, ਤੁਸੀਂ ਗਲਤ ਗੱਲ ਕਹਿ ਗਏ ਹੋ ਕਿ ਅਸੀਂ ਨਹੀਂ ਕਰਦੇ। ਤੁਹਾਡੇ ਵੇਲੇ ਮਿਸਯੂਜ਼ ਹੋਇਆ ਸੀਗਾ, ਸਾਡੇ ਵੇਲੇ ਦਾ ਆਰਡੀਐਫ ਤਾਂ ਅਜੇ ਦਿੱਤਾ ਹੀ ਨਹੀਂ। ਨਾਲੇ ਜੋ ਕੇਂਦਰ ਸਰਕਾਰ ਨੇ ਕਿਹਾ ਸੀ, ਭਾਜਪਾ ਨੇ ਕਿਹਾ ਸੀਗਾ, ਅਸੀਂ ਬੀਬੀ ਰਾਮੂ ਵਾਲੀਆ ਜੀ ਉਹ ਅਮੈਂਡਮੈਂਟ ਕਰ ਦਿੱਤੀ ਹੈ, ਸ਼ੋਰਿਟੀ ਦੇਤੀ ਹੈ, ਲਿਖਤੀ ਨੋਟੀਫਿਕੇਸ਼ਨ ਹੋ ਚੁੱਕੀ ਹੈ, ਸੂਚਿਤ ਕਰਤਾ ਹੈ, ਸਾਨੂੰ ਫੇਰ ਨਹੀਂ ਫੰਡ ਦੇ ਰਿਹਾ, ਸੁਪਰੀਮ ਕੋਰਟ ਜਾਣਾ ਪਿਆ। ਸੋ ਇਸ ਕਰਕੇ ਤੁਹਾਨੂੰ ਵੀ ਦੇਖਣਾ ਚਾਹੀਦਾ ਆ ਕਿ ਜਿਹੜੀ ਦੁਨੀਆ ਦੀ ਸਭ ਤੋਂ ਛੋਟੀ ਫਾਸਟੈਸਟ ਗਰੋਇੰਗ ਪਾਰਟੀ ਹੈ, ਦੂਜੇ ਸੂਬੇ 'ਚ ਰਾਜ ਕਰ ਰਹੀ ਹੈ, ਦੋਨਾਂ ਦੇ ਹੀ ਮੁੱਖ ਮੰਤਰੀ ਇੱਕ ਸੈਲੀਬ੍ਰਿਟੀ ਦੇ ਤੌਰ ਤੇ ਲੋਕ ਉਹਨਾਂ ਨੂੰ ਪਸੰਦ ਕਰਦੇ ਆ, ਇੰਨੀਆਂ ਸਹੂਲਤਾਂ ਦੇ ਰਹੇ ਆ, ਉਹਨਾਂ ਨੂੰ ਕੁਚਲਣ ਦੇ ਰਾਹ ਨਹੀਂ ਪੈਣਾ ਚਾਹੀਦਾ। ਉਹਨਾਂ ਦੇ ਬਣਦੇ ਪੈਸੇ ਜਿਹੜੇ ਉਹ ਉਹਨਾਂ ਦੇ ਵਾਪਸ ਕਰਨੇ ਚਾਹੀਦੇ ਆ। ਆਰਡੀਐਫ ਤਾਂ ਸਾਡਾ ਪੰਜਾਬ ਦਾ ਪੈਸਾ ਆ, ਉਹ ਗ੍ਰਾਂਟ ਨਹੀਂ ਹੈਗੀ ਧਾਲੀਵਾਲ ਸਾਹਿਬ, ਉਹ ਜਿਹੜੀ ਚੀਜ਼ ਉਹਨਾਂ ਨੇ ਖਰੀਦੀ ਆ ਉਹਦੇ ਪੈਸੇ ਆ, ਸਾਡੇ ਝੋਨੇ ਦੇ ਪੈਸੇ ਆ, ਸਾਡੇ ਕਣਕ ਦੇ ਪੈਸੇ, ਉਹਦੇ ਖਰਚਿਆਂ ਦੇ ਪੈਸੇ ਆ, ਉਹਦੀ ਸਫਾਈ ਦੇ ਪੈਸੇ ਆ, ਉਹਦੀ ਲੋਡਿੰਗ ਦੇ ਪੈਸੇ ਆ, ਉਹਦੇ ਤੇ ਜਿਹੜੀ ਫੀਸ ਲੱਗਦੀ ਹੈ ਉਹਦੇ ਪੈਸੇ ਆ, ਉਹ ਤੇ ਜਿਹੜੀ ਰੂਰਲ ਡਿਵੈਲਪਮੈਂਟ ਫੀ ਆ ਆਰਡੀਐਫ ਉਹਦੇ ਪੈਸੇ ਆ। ਸੋ ਸਾਡੇ ਪੈਸੇ ਦੇਣੇ ਚਾਹੀਦੇ ਆ। ਲੇਟ ਹੋ ਸਕਦਾ ਪਰ ਇਹ ਕਦੇ ਵੀ ਨਹੀਂ ਹੋਇਆ ਕਿ ਪੇ ਨਾ ਹੋਵੇ ਪੰਜਾਬ ਨੂੰ। ਉਹੀ ਮੈਂ ਕਹਿੰਦੀ ਆ, ਤੁਸੀਂ ਸਿੰਪਥੀ ਲੈਣ ਲਈ ਰੌਲਾ ਬਾਹਲਾ ਪਾਉਂਦੇ ਆ, ਇੰਨੀ ਨਹੀਂ, ਤੁਸੀਂ ਐਵੇਂ ਹੀ ਕਰਦੇ ਹੋ। ਆਪ ਇੱਕ ਮਾੜੀ ਜੀ ਗੱਲ ਸਰੋਂ ਦੇ ਦਾਣੇ ਜਿੰਨੀ ਕਰਦੇ ਹੋ, ਐਡ ਤੁਸੀਂ ਇੰਨੀ ਕਰਦੇ ਹੋ ਕਿ ਉਹ ਗੁਜਰਾਤ ਤੱਕ ਜਾਂਦੀ ਆ, ਪਰ ਜਿੱਥੇ ਨਹੀਂ ਵੀ ਜਾਣਾ ਤੁਸੀਂ, ਤੁਹਾਡੀ ਪਹੁੰਚ ਹੈ ਨਹੀਂ, ਉੱਥੇ ਤੱਕ ਤੁਸੀਂ ਐਡ ਪਹੁੰਚਾਉਂਦੇ। ਮੈਨੂੰ ਦੱਸੋ ਵੀ ਐਡ ਚੰਡੀਗੜ੍ਹ ਦੇ ਵਿੱਚ ਲਾਉਣ ਦੀ ਕੀ ਲੋੜ ਹੈ? ਪੰਜਾਬ 'ਚ ਕੰਮ ਕੀਤਾ, ਹਿਮਾਚਲ 'ਚ ਲਾਉਣ ਦੀ ਕੀ ਲੋੜ ਹੈ? ਹਰਿਆਣਾ 'ਚ ਲਾਉਣ ਦੀ ਕੀ ਲੋੜ ਹੈ? ਮੈਂ ਦੱਸ ਦਿੰਦਾ ਜੀ, ਮੈਂ ਦੱਸ ਦਿੰਦਾ। ਐਡ ਵਧਾ ਜ਼ਿਆਦਾ ਲੈਂਦੇ ਹੋ ਔਰ ਅਜੇ ਤੱਕ ਲੋਕ ਟੈਂਕੀਆਂ ਤੇ ਚੜੇ ਆ, ਰੋਜ਼ ਧਰਨੇ ਹੁੰਦੇ ਆ, ਕਿਸਾਨ ਤੁਹਾਡੇ ਨਾਲ ਬਹੁਤ ਨਾਰਾਜ਼ ਆ, ਬੇਹੱਦ ਨਾਰਾਜ਼ ਆ। ਔਰ ਜਿਹੜੇ ਪ੍ਰਧਾਨ ਮੰਤਰੀ ਦੇ ਜਿਵੇਂ ਪ੍ਰਧਾਨ ਮੰਤਰੀ ਨੇ ਜਿਹੜੀਆਂ ਸਕੀਮਾਂ ਹੈਗੀਆਂ, ਆਵਾਸ ਸਕੀਮ, ਘਰਾਂ ਨੂੰ ਪੈਸੇ ਮਿਲਦੇ ਆ ਔਰ ਟਾਇਲਟ ਦੇ ਪੈਸੇ ਮਿਲਦੇ ਆ, ਹੋਰ ਕਈ ਚੀਜ਼ਾਂ, ਰਾਸ਼ਨ ਮੁਫਤ ਮਿਲਦਾ, ਇਹ ਤਾਂ ਤੁਸੀਂ ਇੱਥੇ ਤੱਕ ਪਹੁੰਚਾਉਂਦੇ ਨਹੀਂ ਆ। ਨਹੀਂ, ਉਹਦੇ ਲਈ ਧੰਨਵਾਦ ਵੀ ਕਰਦੇ। ਤੁਸੀਂ ਸਾਡਾ ਮਨਰੇਗਾ ਦਾ ਕੰਮ ਕਰਾ ਦਿਓ ਜੀ, ਮਜ਼ਦੂਰੀ ਵਧਾ ਦਿਓ, ਸਾਡਾ ਆਰਡੀਐਫ ਦਵਾ ਦਿਓ, ਅਸੀਂ ਨਿੱਜੀ ਤੌਰ ਤੇ ਤੁਹਾਡੇ ਧੰਨਵਾਦੀ ਹੋਵਾਂਗੇ, ਬੀਜੇਪੀ ਦੇ ਧੰਨਵਾਦੀ ਤਾਂ ਹੋਵਾਂਗੇ, ਕੇਂਦਰ ਸਰਕਾਰ ਦੇ ਧੰਨਵਾਦੀ ਹੋਵਾਂਗੇ ਹੀ ਹੋਵਾਂਗੇ। ਅਸੀਂ ਤਾਂ ਚਾਹੁੰਦੇ ਆ, ਮੈਂ ਤਾਂ ਖੁਦ ਹੀ ਕਹੂੰਗੀ ਕਿ ਪੈਸੇ ਮਿਲਣੇ ਚਾਹੀਦੇ ਜੋ ਪੰਜਾਬ ਦਾ ਹੱਕ ਹੈ। ਠੀਕ ਹੈ ਸੰਧੂ ਸਾਹਿਬ, ਗੱਲ ਇਹ ਹੈ ਵੀ ਘਬਰਾਹਟ ਇਹ ਹੈ ਕਿ ਜਿੰਨੀ ਪਪੂਲੈਰਿਟੀ ਹੋ ਰਹੀ ਆ ਉਹਦੇ ਵਿੱਚ ਵਾਰੀ ਆਉਣ ਦੀ ਸੰਭਾਵਨਾ ਨਹੀਂ ਹੈ, ਇਸ ਕਰਕੇ ਜਿਹੜੇ ਕੀਤੇ ਹੋਏ ਕੰਮ ਆ ਉਹਨਾਂ ਨੂੰ ਤੁਸੀਂ ਇਗਨੋਰ ਕਰ ਦਿੰਦੇ ਹੋ, ਜਿਹੜੇ ਹਲੇ ਪੈਂਡਿੰਗ ਦੇ ਵਿੱਚ ਹੈ ਉਹਨਾਂ ਦੇ ਸਵਾਲ ਚੱਕੀ ਜਾਂਦੇ ਹੋ ਕਿ ਉਹ ਤਾਂ ਹੋਇਆ ਨਹੀਂ, ਇਹ ਤਾਂ ਹੋਇਆ ਨਹੀਂ। ਇਹ ਗੱਲ ਸੰਘੇੜਾ ਸਾਹਿਬ ਦੀ ਕਹਿਣੀ ਹੈ ਕਿ ਜਿਹੜਾ ਹੋਇਆ ਹੈ ਉਹਦੀ ਸ਼ਲਾਘਾ ਕਿਤੇ ਨਜ਼ਰ ਨਹੀਂ ਆਉਂਦੀ, ਉਹ ਕੋਈ ਘਬਰਾਹਟ ਦਾ ਹਿੱਸਾ। ਧਾਰੀਵਾਲ ਜੀ, ਇਹਨਾਂ ਨੇ ਕੀਤਾ ਕੀ ਬਲ ਮੈਨੂੰ ਸਮਝਾ ਦੇਣਾ। ਠੀਕ ਆ, ਲਾਈਟ ਵਾਲਾ ਕੰਮ ਇਹਨਾਂ ਨੇ ਕੀਤਾ, ਕੋਈ ਸ਼ੱਕ ਮੈਂ ਮੰਨ ਗਿਆ। ਹੋਰ ਇਹਨਾਂ ਨੇ ਕਿਹੜਾ ਕੱਦੂ 'ਚ ਜਿਹੜਾ ਇਹਨਾਂ ਨੇ ਤੀਰ ਮਾਰ ਲਿਆ? ਮੈਂ ਤੇ ਇਹਨਾਂ ਨੂੰ ਕਹਿੰਦਾ ਐਡਵਰਟਾਈਜ਼ਮੈਂਟ ਤੇ ਭੈਣ ਜੀ ਕਹਿੰਦੇ ਨੇ ਹਿਮਾਚਲ ਮੁਚਲ, ਮੈਂ ਤੇ ਕਹਿੰਦਾ ਤੁਸੀਂ ਵਰਲਡ ਦੀਆਂ ਅਖਬਾਰਾਂ 'ਚ ਦਿਆ ਮੰਨੋ ਮੇਰੀ ਗੱਲ, ਤੁਸੀਂ ਐਡਵਰਟਾਈਜ਼ਮੈਂਟ ਦਾ ਅੱਗੇ ਸਾਡੇ ਪੰਜਾਬ ਦਾ ਘਾਣ ਕਰਦੇ ਜੇ, ਹੋਰ ਕਰੋ, ਕੋਈ ਫਰਕ ਨਹੀਂ। ਆਉਣ ਵਾਲੀ ਨਸਲਾਂ ਤੁਹਾਨੂੰ ਪੁੱਛਣਗੀਆਂ, ਕਿਉਂ ਪਹਿਲੋਂ ਸਾਨੂੰ ਅੱਤਵਾਦ ਨੇ ਤਬਾਹ ਕਰਤਾ, ਫਿਰ ਸਾਨੂੰ ਨਸ਼ੇ ਨੇ ਤਬਾਹ ਕਰਤਾ, ਹੁਣ ਸਾਡੇ ਬੱਚੇ ਬਾਹਰ ਜਾਈ ਜਾ ਰਹੇ ਨੇ, ਉਹਨਾਂ ਨੂੰ ਉੱਥੇ ਜਾ ਕੇ ਐਡ ਕਰਾ ਕੇ ਜੋ ਵੀ ਸਾਡੀ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਕੀ ਕਰ ਰਹੀ ਹੈ, ਤੁਹਾਨੂੰ ਇੱਥੇ ਤਾਂ ਜ਼ਰੂਰਤ ਨਹੀਂ, ਉੱਥੇ ਭੇਜੋ। ਤੁਸੀਂ ਵੇਖੋ, ਮੈਂ ਇਹਨਾਂ ਨੂੰ 4 ਚੀਜ਼ਾਂ ਪੁੱਛਿਆ, ਮੇਰੀ ਕਿਸੇ ਚੀਜ਼ ਦਾ ਜਵਾਬ ਹੀ ਨਹੀਂ ਦਿੱਤਾ। ਮੈਨੂੰ ਇਹ ਦੱਸਣ ਨਾ ਵੀ 3736 ਜਿਹੜੇ ਕੱਚੇ ਮੁਲਾਜ਼ਮ ਧੱਕੇ ਖਾਂਦੇ ਆ, ਰੁੰਡੇ ਆ, ਉਹਨਾਂ ਨੂੰ ਤੁਸੀਂ ਪੱਕਿਆ ਕਰਨ ਬਾਰੇ ਕਦੀ ਸੋਚਿਆ? ਕਦੀ ਜ਼ਿੰਦਗੀ 'ਚ ਗੱਲ ਕੀਤੀ ਉਹਨਾਂ ਨੂੰ? ਤੁਸੀਂ ਉਹਨਾਂ ਨੂੰ ਮਿਲਣ ਦਾ ਟਾਈਮ ਹੈ ਨਹੀਂ। ਫਿਰ ਤੁਹਾਨੂੰ ਆਖਿਆ ਵੀ ਸੰਧੂ ਸਾਹਿਬ ਬਿਲਕੁਲ ਗਲਤ ਗੱਲ ਹੈ ਧਾਲੀਵਾਲ ਸਾਹਿਬ, ਬਿਲਕੁਲ ਗਲਤ ਗੱਲ ਹੈ ਜੀ। ਸੰਧੂ ਸਾਹਿਬ, ਇਹਦਾ ਹੀ ਇੱਕ ਲਾਈਨ ਦਾ ਮੈਂ ਤੁਹਾਨੂੰ ਜਵਾਬ ਦੇ ਦੇਣਾ, ਮੈਂ ਤੁਹਾਡੀ ਗੱਲ ਕੱਟ ਨਹੀਂ ਰਿਹਾ।
ਇਹਨਾਂ ਨੇ ਕਾਂਗਰਸ ਨੇ ਵੀ ਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਨੇ ਵੀ ਚੋਣਾਂ ਦੇ ਨੇੜੇ ਆ ਕੇ ਇੱਕ ਲੰਡਾ ਜਿਹਾ ਟੁੱਟਾ ਜਿਹਾ ਟੈਕਸ ਪਾਸ ਕਰ ਦੇਣਾ, ਉਹ ਤੋਂ ਦੂਜੇ ਜਿਹੜੇ ਮੁਲਾਜ਼ਮ ਆ ਕੋਈ ਹੋਰ ਜਿਹੜਾ ਇਗਨੋਰ ਹੋਇਆ ਉਹ ਸਟੇ ਲੈ ਲੈਂਦਾ ਸੀਗਾ, ਬਾਅਦ 'ਚ ਰੱਦ ਕਰ ਦਿੰਦੇ ਸੀਗੇ। ਇਸ ਤਰ੍ਹਾਂ ਕਰ ਕਰਕੇ ਇਹਨਾਂ ਨੇ ਇੰਨੀਆਂ ਕਾਨੂੰਨੀ ਉਲਝਣਾਂ ਕੀਤੀਆਂ ਹੋਈਆਂ। ਉਹਦੇ ਨਾਲ ਮੁੱਖ ਮੰਤਰੀ ਸਾਹਿਬ ਨੇ, ਭਗਵੰਤ ਮਾਨ ਸਾਹਿਬ ਨੇ ਕਮੇਟੀ ਬਣਾਈ ਹੈ ਇੱਕ, ਉਹਦੇ 'ਚ ਪੀਰੀਓਡਿਕਲੀ ਇਹ ਕਿਸ਼ਤਾਂ ਦੇ ਵਿੱਚ ਅਸੀਂ ਪੱਕੇ ਕਰ ਰਹੇ ਹਾਂ, ਬਹੁਤ ਪੱਕੇ ਕਰ ਦਿੱਤੇ ਆ। ਜਿੱਦਾਂ ਇੰਪਲੋਇਮੈਂਟ ਵੀ ਨਾ ਭਗਵੰਤ ਮਾਨ ਸਾਹਿਬ ਨੇ ਉਦੋਂ ਹੀ ਕਿਹਾ ਕਿ ਜਿਹੜੇ ਸੰਧੂ ਸਾਹਿਬ ਇੱਕ ਮਿੰਟ ਮੁੱਖ ਮੰਤਰੀ ਸਾਹਿਬ ਨੇ ਸਾਰਿਆਂ ਨੂੰ ਹਦਾਇਤ ਕੀਤੀ ਕਿ ਆਪਣੇ ਆਪਣੇ ਦਫ਼ਤਰਾਂ 'ਚ ਜਿੰਨੇ ਭਰਤੀ ਕਰ ਸਕਦੇ ਨਾਲੋਂ ਨਾਲ ਕਰੀ ਚੱਲੋ, ਚਾਹੇ ਕੋਈ 2 ਹੋਣ, ਚਾਹੇ 200 ਹੋਣ, ਚਾਹੇ 2000 ਹੋਣ। ਹੁਣ ਤੱਕ 30,000 ਮੁਲਾਜ਼ਮ ਜਿਹੜੇ ਨਵੇਂ ਭਰਤੀ ਕਰ ਲਏ ਆ। ਇਦਾਂ ਹੀ ਕੱਚਿਆਂ ਨੂੰ ਪੱਕੇ ਕਰਦੇ ਆ, ਇਦਾਂ ਹੀ ਜਿਹੜੇ ਹੋਰ ਹੈਗੇ ਆ ਜਿਸ ਤਰ੍ਹਾਂ ਉਹਨਾਂ 'ਚ ਕੁਝ ਸਟਰਗਲ ਕਰ ਰਹੇ ਆ, ਸਟਰਗਲ ਕਰਨਾ ਸਾਰਿਆਂ ਦਾ ਹੱਕ ਹੈ, ਪਰ ਦਿਨ ਬ ਦਿਨ ਉਹ ਚੀਜ਼ਾਂ ਘਟ ਰਹੀਆਂ ਆ, ਉਹਨਾਂ ਨੂੰ ਪੱਕੇ ਕੀਤਾ ਜਾ ਰਿਹਾ। ਸੰਧੂ ਸਾਹਿਬ, ਸੰਧੂ ਸਾਹਿਬ, ਮੈਂ ਇੱਕ ਸਵਾਲ ਵੀ ਪੁੱਛਣਾ ਚਾਹੁੰਦਾ, ਇੱਕ ਦੱਸਣਾ ਚਾਹੁੰਦਾ। ਮੈਂ ਨਾ ਇੱਕ ਗੱਲ ਦਾ ਜ਼ਿਕਰ ਕੀਤਾ ਸੀ, ਮੈਨੂੰ ਯਾਦ ਹੈ ਮੈਂ ਕਿਤੇ ਕਿਸੇ ਹੋਰ ਮਾਧਿਅਮ ਤੋਂ ਚਰਚਾ ਕਰ ਰਿਹਾ ਸੀ, ਇਸੇ ਤਰੀਕੇ ਦਾ ਪ੍ਰੋਗਰਾਮ ਸੀ, ਸੰਘੇੜਾ ਸਾਹਿਬ ਬੈਠੇ, ਸੰਘੇੜਾ ਸਾਹਿਬ ਦੀ ਵੀ ਇਹ ਗੱਲ ਯਾਦ ਨਹੀਂ ਹੋਊਗੀ। ਮੈਂ ਕਿਹਾ ਸੀਗਾ ਵਿਰੋਧੀ ਧਿਰ ਦਾ ਕੰਮ ਕੇਵਲ ਵਿਰੋਧ ਕਰਨਾ ਨਹੀਂ ਹੁੰਦਾ, ਕੋਈ ਕੰਮ ਚੰਗੇ ਵੀ ਹੁੰਦੇ ਤੇ ਤੁਹਾਨੂੰ ਉਹਦੀ ਸ਼ਲਾਘਾ ਵੀ ਕਰਨੀ ਚਾਹੀਦੀ ਹੈ। ਸੋ ਮੈਂ ਇਹ ਗੱਲ ਸੰਘੇੜਾ ਸਾਹਿਬ ਨੂੰ ਉਦੋਂ ਗੱਲ ਕਹੀ ਸੀ, 2019 ਦੀ ਗੱਲ ਆ, ਜੇ ਮੈਂ ਸਾਲ ਨਹੀਂ ਭੁੱਲਿਆ। ਮੈਂ ਹੁਣ ਇਹ ਗੱਲ ਕਹਿਣੀ ਚਾਹੁੰਦਾ ਕਿ ਕੀ ਸਿਰਫ ਆਪਾਂ ਸੱਤਾ ਧਿਰ ਦਾ ਵਿਰੋਧ ਕਰਨਾ ਹੈ, ਇਸ ਕਰਕੇ ਹੀ ਆਪਾਂ ਉਹ ਗੱਲਾਂ ਕਰਨੀਆਂ ਨੇ ਜਿਹੜੀਆਂ ਨਹੀਂ ਹੋਈਆਂ? ਮੰਨ ਲਓ ਹੁਣ ਜੇ ਆਪਾਂ ਲੇਬਰ ਕਲਾਸ ਦੀ ਗੱਲ ਕਰ ਰਹੇ ਹਾਂ, ਮਜ਼ਦੂਰ ਦੀ ਅਸ਼ੋਰਿਟੀ ਗਰੰਟੀ ਦੀ ਗੱਲ ਕਰ ਰਹੇ ਹਾਂ, ਉਹਦੇ ਉੱਤੇ ਆਪਾਂ ਬਿਲਕੁਲ ਵੀ ਚਰਚਾ ਨਾ ਕਰਕੇ ਅਸੀਂ ਚਰਚਾ ਨੂੰ ਡੀਫੋਕਸ ਕਿਉਂ ਕਰ ਰਹੇ ਹਾਂ? ਮਤਲਬ ਕੇਂਦਰ ਤੋਂ ਜਿਹੜੀ ਪੈਸੇ ਲੈਣ ਦੀ ਮੰਗਣ ਦੀ ਗੱਲ ਹੈ ਜਾਂ ਕੇਂਦਰ ਵੱਲੋਂ ਜਾਰੀ ਕਰਨ ਦੀ ਗੱਲ ਹੈ, ਉਸ ਵਾਲੇ ਪਾਸੇ ਗੱਲ ਕਿਉਂ ਨਹੀਂ ਹੋ ਰਹੀ? ਨਹੀਂ ਧਾਰੀਵਾਲ ਜੀ, ਤੁਸੀਂ ਫਿਰ ਪਹਿਲੀ ਮੈਂ ਸੈਗਮੈਂਟ ਦੇ ਵਿੱਚ ਮੈਂ ਕਿਹਾ ਕੋਈ ਮਾੜੀ ਗੱਲ ਨਹੀਂ ਮੰਗਣਾ, ਮਾੜੀ ਗੱਲ ਥੋੜੀ ਆ। ਮੈਂ ਐਪਰੀਸ਼ੀਏਟ ਕੀਤਾ, ਤੁਸੀਂ ਫਿਰ ਗੌਰ ਨਹੀਂ ਕੀਤਾ। ਮੈਂ ਕਿਹਾ ਵੀ ਮੰਗੇ ਆ ਕਿਸਾਨ ਵਾਸਤੇ, ਮਜ਼ਦੂਰ ਵਾਸਤੇ, ਪੰਜਾਬ ਵਾਸਤੇ, ਪੰਜਾਬੀਅਤ ਵਾਸਤੇ। ਦਾ ਵੈਰੀ ਫਸਟ ਡੇ ਤੋਂ ਸਾਡਾ ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਕਿਹਾ ਵੀ ਜੇ ਤੁਹਾਨੂੰ ਕਿਤੇ ਜ਼ਰੂਰਤ ਹੈ ਤਾਂ ਅਸੀਂ ਤੁਹਾਡੇ ਨਾਲ ਖਲੋਤੇ। ਤੁਸੀਂ ਉਹਨਾਂ ਦੀ ਪਹਿਲੀ ਪ੍ਰੈਸ ਕਾਨਫਰੰਸ ਕੱਢ ਕੇ ਵੇਖ ਲਿਓ, ਅਸੀਂ ਤਾਂ ਪਹਿਲੇ ਦਿਨ ਤੋਂ ਕਿਹਾ ਸੀ ਨਾਲ ਖਲੋਤੇ ਆ। ਪਰ ਧਾਰੀਵਾਲ ਜੀ ਮਾਫ ਕਰਿਓ ਮੈਨੂੰ, ਇਹ ਜਿਹੜੀ ਸਰਕਾਰ ਆਈ ਆ ਇਹ ਸਿਰਫ ਬਦਲਾ ਗੁਰੂ ਦੀ ਰਾਜਨੀਤੀ ਆ। ਇਹ ਮਤਲਬ ਅਕਾਲੀ ਦਲ ਤੋਂ ਵੀ 10 ਗੁਣਾ ਅੱਗੇ ਟੱਪ ਗਿਆ। ਉਹ ਉਹਨਾਂ ਨੂੰ ਕਹਿੰਦੇ ਸੀ ਬਾਦਲ ਬਦਲੀ ਤੇ ਬਦਲਾ, ਪਰ ਇਹ ਤੇ ਤੁਸੀਂ ਵੇਖੋ ਨਾ ਬਈ ਸਾਰੇ ਕਾਂਗਰਸੀ ਕਰਪਟ ਹੋ ਗਿਆ, ਸਾਰਿਆਂ ਨੂੰ ਫੜੀ ਜਾਂਦੇ ਆ, ਸਾਰਿਆਂ ਦੇ ਵਿਜੀਲੈਂਸ ਦੇ ਕੇਸ, ਸਾਰਿਆਂ ਦੇ ਪਰਚੇ। ਹਾਲਾਂਕਿ ਕੋਈ ਵੀ ਬੰਦਾ ਸਾਬਤ ਨਹੀਂ ਹੋਇਆ, ਸਾਰੇ ਛੁੱਟ ਕੇ ਬਾਹਰ ਆ ਗਏ। ਤੇ ਇਹਨਾਂ ਦੇ ਆਪਣੇ ਪਾਕ ਸਾਹਿਬ, ਹੁਣ ਮੈਂ ਨਾਂ ਲੈਣ ਲੱਗਾ ਤੇ ਲੰਬੀ ਲਿਸਟ ਆ, ਆਪਣੇ ਜਿਹੜੇ ਬੰਦੇ ਇਹਨਾਂ ਦੇ ਕਰਪਟ ਆ ਉਹਨਾਂ ਨੂੰ ਕੁਝ ਕਹਿੰਦੇ ਹੀ ਨਹੀਂ। NRI ਕੋਠੀਆਂ ਦੱਬੀ ਫਿਰਦੇ, ਉਹਦੀ ਕੋਈ ਗੱਲ ਹੀ ਨਹੀਂ ਕਰਦਾ। ਆ ਮੰਤਰੀ ਭ੍ਰਸ਼ਟ ਇਹਨਾਂ ਦੀ, ਉਹਦੀ ਕੋਈ ਗੱਲ ਨਹੀਂ ਕਰਦਾ। ਮੈਂ ਗੱਲ ਨਹੀਂ ਕਰਨਾ ਚਾਹੁੰਦਾ ਸੀ, ਤੁਸੀਂ ਮੈਨੂੰ ਗੱਲ ਕਹੀ ਤੇ ਮੈਂ ਕਰਦਾ। ਸਰਕਾਰ ਦੇਖੋ ਚਲਾਨ ਵਧੀਆ ਚਲਾਨ, ਸਾਨੂੰ ਕੋਈ ਪ੍ਰੋਬਲਮ ਨਹੀਂ, ਪਰ ਜਦੋਂ ਇਹ ਸ਼ੋਸ਼ੇ ਕਰਨ ਲੱਗ ਪੈਂਦੇ ਆ, ਡਰਾਮੇ ਕਰਨ ਲੱਗ ਪੈਂਦੇ ਆ, ਇੱਕ ਮਾੜੀ ਜੀ ਯੋਗਾ ਕੀਤੀ ਤੇ ਸਾਰੀ ਦੁਨੀਆ 'ਚ ਪੋਸਟਰ ਲਾ ਲਏ, ਇਹ ਇੱਥੇ ਸਰਕਾਰ ਸਾਡੇ ਪੈਸੇ ਨਹੀਂ ਕੱਢਦੇ। ਨਹੀਂ, ਇਹ ਕਹਿੰਦੇ ਕਿ ਤੁਸੀਂ ਤਾਂ ਡਿਮਾਂਡ ਵੀ ਨਹੀਂ ਕੀਤੀ ਆਪਣੇ ਟਾਈਮ 'ਚ, ਵੀ ਘੱਟੋ ਘੱਟ ਡਿਮਾਂਡ ਹੀ ਕਰ ਲੈਂਦੇ। ਕਿਸ ਚੀਜ਼ ਦੀ ਡਿਮਾਂਡ? ਮਜ਼ਦੂਰਾਂ ਵਾਸਤੇ ਜੋ ਕੇਂਦਰ ਤੋਂ ਲੈਣੀ ਸੀ। ਧਾਰੀਵਾਲ ਜੀ ਸਕੀਮ ਤੇ ਸਾਡੀ ਅਸੀਂ ਲਿਆਣ ਡਏ ਆ, ਜੋ ਜਦੋਂ ਸਾਡੀ ਵਾਰੀ ਸੀ ਉਦੋਂ ਦੇ ਵੇਜਸ ਜੋ ਸੀ ਉਹਦੇ ਹਿਸਾਬ ਨਾਲ ਆ। ਹੁਣ ਵੀ ਵਧਣੇ ਆ, ਇਹ ਵੀ ਤੁਹਾਨੂੰ ਮੈਂ ਦੱਸਦਾ। ਇਹਨਾਂ ਨੇ ਸ਼ੋਸ਼ਾਈ ਛੱਡਿਆ ਏ, ਜੋ ਸੈਂਟਰ ਸਰਕਾਰ ਦੇ ਵਿੱਚੋਂ ਵਧਾਉਣੇ ਆ ਉਹ ਵਧਣੇ ਆ, ਉਹ ਵਧਣਗੇ, ਉਹ ਆਟੋਮੈਟਿਕਲੀ ਵੱਧ ਜਾਣੇ ਆ। ਇਹਨਾਂ ਨੇ ਐਵੇਂ ਇੱਕ ਡਰਾਮਾ ਕੀਤਾ ਵੀ ਅਸੀਂ ਤੁਹਾਡੇ ਵਧਾ। ਠੀਕ ਹੈ, ਮੈਂ ਅਮਨਜੋਤ ਜੀ ਦੀ ਗੱਲ ਪੁੱਛਣਾ। ਅਮਨਜੋਤ ਜੀ, ਗੱਲ ਇਹ ਆ ਕਿ ਮੈਨੂੰ ਜੋ ਮੈਂ ਨਿੱਜੀ ਤੌਰ ਤੇ, ਜ਼ਾਤੀ ਤੌਰ ਤੇ ਸੋਚਦਾ ਜਾਂ ਸਮਝਦਾ ਕਿ ਮਤਲਬ ਪਾਰਟੀਆਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਨੇ, ਲੀਡਰ ਹਮੇਸ਼ਾ ਲੋਕਾਂ ਦੇ ਹੁੰਦੇ ਆ। ਜਿਹੜੇ ਲੋਕਾਂ ਦੇ ਕਿਸੇ ਸਮੁਦਾਇ ਨੂੰ ਲੀਡ ਕਰਦਾ ਉਹ ਲੀਡਰ ਬਣ ਜਾਂਦਾ। ਸੋ ਲੀਡਰ ਜਿਹੜਾ ਪੰਜਾਬ ਦਾ ਲੀਡਰ ਹੈ ਉਹਨੂੰ ਪੰਜਾਬ ਦੇ ਮੁੱਦਿਆਂ ਦੀ ਤਰਜਮਾਨੀ ਕਰਦੇ ਹੋਏ ਸਮਕਾ ਦੀ ਉਹਦੇ ਵਿੱਚ ਇਜ਼ਾਫੇ ਦੀ ਗੱਲ ਕਰਨੀ ਚਾਹੀਦੀ ਹੈ ਕਿ ਤੁਸੀਂ 357 ਮੰਗੇ ਆ, ਅੱਜ ਤਾਂ 450 ਦੀ ਗੱਲ ਕਰਾਂਗੇ ਵੀ ਘੱਟੋ ਘੱਟ ਕੇਂਦਰ ਸੋਚੇ। ਲੱਗਦਾ ਉਹਨਾਂ ਤੱਕ ਸਾਡੀ ਆਵਾਜ਼ ਪਹੁੰਚ ਨਹੀਂ ਰਹੀ। ਸੰਘੇੜਾ ਸਾਹਿਬ, ਨਹੀਂ, ਅਸੀਂ ਤਾਂ ਜਿਹੜੀ ਉਦਾਹਰਨ ਦਿੱਤੀ ਹੈ ਲੈਟਰ ਦੇ ਵਿੱਚ, ਇਕੱਲਾ ਇਹੀ ਨਹੀਂ ਵੀ 357, ਅਸੀਂ ਤਾਂ ਕਹਿੰਦੇ ਵਾਧਾ ਹੋਣਾ ਚਾਹੀਦਾ, ਨਾਲ ਪੈਰਿਟੀ ਹੋਣੀ ਚਾਹੀਦੀ ਹੈ। ਇਹ ਨਹੀਂ ਹੈ ਵੀ ਗੁਆਂਢੀ ਸੂਬੇ 'ਚ 357 ਮਿਲ ਰਿਹਾ ਤੇ ਇੱਥੇ ਅਸੀਂ ਤਾਂ ਨਾਲ 381 ਦੀ ਐਗਜ਼ਾਮਪਲ ਵੀ ਦਿੱਤੀ ਆ ਵੀ ਜਿਹੜੇ ਲੇਬਰ ਲਾਜ਼ ਦੇ ਅਨੁਸਾਰ ਪੰਜਾਬ ਦੇ ਵਿੱਚ ਜਿਹੜੀ ਮਿਨੀਮਮ ਦਿਹਾੜੀ ਆ ਉਹ ਇਸ ਵੇਲੇ 381 ਹੈ।
ਸੋ ਇਹ ਮਹਿੰਗਾਈ ਵੱਧ ਰਹੀ ਆ, ਉਹਦੇ ਪ੍ਰਾਈਸ ਇੰਡੈਕਸ ਦੇ ਹਿਸਾਬ ਨਾਲ ਇਹ ਵੀ ਵਧਣੇ ਚਾਹੀਦੇ ਆ, ਜਿਹੜੇ ਮਿਨੀਮਮ ਵੇਜਸ ਆ ਉਹ ਵੀ ਵਧਣੀ ਚਾਹੀਦੀ ਆ ਉਸ ਹਿਸਾਬ ਨਾਲ। ਸੋ ਇਹ ਕੋਈ ਇਦਾਂ ਨਹੀਂ ਹੈ ਵੀ ਇੰਨੇ ਹੀ ਹੋਣੇ ਚਾਹੀਦੇ ਆ। ਸੋ ਉਹਦੇ ਵਿੱਚ ਵੀ ਜਿੱਦਾਂ ਹੁਣ ਸੰਧੂ ਸਾਹਿਬ ਨੇ ਫੇਰ ਉਹ ਦੂਜੀਆਂ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ, ਉਹ ਸਾਰਾ ਹੀ ਮਤਲਬ ਵਿਰੋਧ ਕਰਨ ਦਾ, ਵਿਰੋਧ ਲਈ ਵਿਰੋਧ ਕਰਨ ਦਾ। ਜਿੱਦਾਂ ਐਡ ਦੀ ਵੀ ਗੱਲ ਕਰਦੇ ਆ, ਮੈਂ ਇਹਨਾਂ ਨੂੰ ਜਵਾਬ ਦੇ ਦਿੰਦਾ ਆ। ਹੁਣ ਤੁਸੀਂ ਕੋਈ ਵੀ ਟ੍ਰਿਬਿਊਨ ਦੇ ਅਦਾਰੇ 'ਚ ਐਡ ਦਿੰਦੇ ਹੋ, ਜੇ ਤਿੰਨੇ ਹੀ ਚਲੋ ਮੈਂ ਨਾਂ ਨਹੀਂ ਲੈਂਦਾ, ਕਿਸੇ ਵੀ ਅਖਬਾਰ ਦਾ ਅਦਾਰਾ ਹੈ ਉਹਦੇ 'ਚ ਤੁਸੀਂ ਦਿੰਦੇ ਹੋ, ਸਸਤਾ ਪੈਂਦਾ ਹੈ ਸਾਰੇ ਲੈਂਗੁਏਜ ਵਿੱਚ, ਵੱਖ-ਵੱਖ ਲੈਂਗੁਏਜ ਵਿੱਚ ਕੋਈ ਅਦਾਰਾ ਹੈਗਾ ਆ, ਔਰ ਉਹ ਜਿੱਥੇ ਜਿੱਥੇ ਉਹ ਅਖਬਾਰ ਜਾਂਦੀ ਹੈ ਉੱਥੇ ਉੱਥੇ ਉਹ ਐਡ ਜਾਣੀ ਹੈ। ਉਹਦੇ 'ਚ ਹਰਜ ਕੀ ਆ ਜੇ ਆਲੇ ਦੁਆਲੇ ਵੀ ਪਤਾ ਲੱਗ ਜਾਊਗਾ ਕਿ ਪੰਜਾਬ ਦੇ ਵਿੱਚ ਆਹ ਕੰਮ ਹੋ ਗਿਆ। ਇਹ ਇਹਨਾਂ ਨੂੰ ਡਰ ਮਾਰਦਾ। ਪਹਿਲਾਂ ਵੀ ਇਦਾਂ ਹੀ ਹੁੰਦਾ ਸੀ। ਜੇ ਮੈਂ ਅੱਜ ਇਸ਼ਤਿਹਾਰ ਦਿੰਦਾ ਨਾ, ਅੱਜ ਮੈਂ ਜੇ ਇਸ਼ਤਿਹਾਰ ਦੇਤਾ ਵੀ ਜਿਹੜੀ ਮੇਰੀ ਇੱਥੇ ਕੋਠੀ ਆ ਜਿਹਦੇ ਵਿੱਚ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਦਫ਼ਤਰ ਖੁੱਲਿਆ ਸੀ ਮੋਹਾਲੀ ਦੇ ਵਿੱਚ, ਮੈਂ ਉਹ ਵੇਚਣੀ ਹੈ। ਅੱਜ ਮੈਂ ਇੱਕ ਅਦਾਰੇ 'ਚੋਂ ਇਸ਼ਤਿਹਾਰ ਦੇਵਾਂ, ਉਹ ਪੰਜਾਬ ਤੋਂ ਬਾਹਰ ਵੀ ਛਪ ਜਾਣਾ ਆ। ਮੈਨੂੰ ਕੋਈ ਪੰਜਾਬ ਤੋਂ ਬਾਹਰ ਦੀ ਲੋੜ ਨਹੀਂ ਹੈ। ਸੋ ਇਹ ਬਿਲਕੁਲ ਗਲਤ ਗੱਲ ਹੈ। ਹਾਂ ਨਹੀਂ ਬਿਲਕੁਲ ਹੈ ਹੀ ਇਦਾਂ। ਸੋ ਇਹ ਤੁਸੀਂ ਮੁੱਦਿਆਂ ਤੇ ਆਓ ਨਾ, ਜਿੰਨਾ ਚਿਰ ਤੁਸੀਂ ਮੁੱਦਿਆਂ ਤੇ ਆਓ। ਤੁਸੀਂ ਪੈਸੇ ਨਹੀਂ ਦਿੰਦੇ ਉਹਨਾਂ ਚਿਰ ਤੁਹਾਡੇ ਇਸ਼ਤਿਹਾਰ ਨਹੀਂ ਛਪ ਸਕਦੇ। ਤੁਸੀਂ ਸਾਰਾ ਪੰਜਾਬ ਦਾ ਪੈਸਾ ਸਿਰਫ ਆਪਦੀ ਪਬਲਿਸਿਟੀ ਕਰਕੇ ਦੂਜੀਆਂ ਸਟੇਟਾਂ ਨੂੰ ਦੇ ਰਹੇ ਹੋ। ਸਾਡਾ ਪੈਸਾ ਲੋਕਾਂ ਦਾ ਪੈਸਾ ਅਸੀਂ ਤਾਂ ਦੇ ਰਹੇ ਹਾਂ ਅਮਨਜੋਤ ਜੀ। ਮੇਰਾ ਕੋਈ ਪ੍ਰੋਬਲਮ ਆ ਰਹੀ ਹੈ। ਅਸੀਂ ਦੇ ਰਹੇ ਹਾਂ। ਤੁਸੀਂ 15 ਲੱਖ ਤੋਂ ਮੁੱਕਰ ਹੀ ਗਏ ਸੀਗੇ, ਸੁਪਰੀਮ ਕੋਰਟ 'ਚ ਜਾ ਕੇ ਐਫੀਡੇਵਿਟ ਦੇਣਾ ਪਿਆ ਵੀ ਸਾਡੇ ਤੋਂ ਗਲਤੀ ਹੋ ਗਈ। ਬਿਲਕੁਲ ਨਹੀਂ ਮੁੱਕਰੇ। ਲੋਕਾਂ ਨੂੰ 6000 ਰੁਪਏ ਤੁਸੀਂ ਕਿਹੜੀ ਸਰਕਾਰ ਨੇ ਦਿੱਤਾ ਪਹਿਲਾਂ? ਸਵਾਮੀਨਾਥਨ ਦੀ ਰਿਪੋਰਟ ਤੋਂ ਮੁੱਕਰ ਗਏ ਸੀਗੇ। ਸਵਾਮੀਨਾਥਨ ਦੀ ਰਿਪੋਰਟ ਤੋਂ ਲਈ 6000 ਰੁਪਏ ਹਰ ਕਿਸਾਨ ਦੇ ਖਾਤੇ ਜਾਂਦਾ। ਕਿਸਾਨਾਂ ਨੂੰ ਸਬਸਿਡੀ ਮਿਲ ਰਹੀ ਆ ਖਾਦਾਂ ਤੇ। ਔਰ ਇੱਕ ਸਾਡੇ ਹੀ ਪ੍ਰਧਾਨ ਮੰਤਰੀ, ਸਾਡੀ ਪੰਜਾਬ ਬੀਜੇਪੀ ਦੀ ਸਰਕਾਰ ਇਹੋ ਜਿਹੀ ਆ ਜਿਹਨੇ ਕਿਸਾਨਾਂ ਦੇ ਯੂਰੀਆ ਵਿੱਚ ਨਿੰਮ ਪਾ ਕੇ ਉਹਨਾਂ ਨੂੰ ਸੇਫ ਕੀਤਾ ਤਾਂ ਕਿ ਸਬਸਿਡੀ ਉਹਨਾਂ ਦੇ ਤੱਕ ਪਹੁੰਚੇ। ਕਿੰਨੇ ਅਕਾਊਂਟ ਦੇ ਵਿੱਚ 6000 ਟ੍ਰਾਂਸਫਰ ਹੁੰਦਾ ਹੈ? ਸਾਰੇ ਅਕਾਊਂਟਾਂ 'ਚ ਹੁੰਦਾ। ਜਿਹੜੇ 5 ਕਿੱਲਿਆਂ ਦੇ ਮਾਲਕ ਜਿਹਨਾਂ ਦੇ ਕੋਲੇ ਅਕਾਊਂਟ ਹੀ ਨਹੀਂ ਹੈਗੇ, ਬੈਂਕ ਅਕਾਊਂਟਸ ਨਹੀਂ ਹੈਗੇ, ਬਹੁਤ ਸਾਰੇ। ਹਾਂ, ਫਿਰ ਉਹਨਾਂ ਨੂੰ ਖਿਲਾਉਣੇ ਚਾਹੀਦੇ ਆ ਜੀ। ਇਹ ਉਹਨਾਂ ਦੇ ਸਰਪੰਚ ਦਾ ਕੋਈ ਉੱਤੇ ਕਰਪਸ਼ਨ ਆ ਜਾਂਦੀ ਹੈ ਨਾ। ਕਰਪਸ਼ਨ ਜਦੋਂ ਸਰਪੰਚ ਕਰਦਾ ਬੇਈਮਾਨੀ, ਤੁਹਾਨੂੰ ਪਤਾ ਹੀ ਹੈ ਕਿਵੇਂ ਧੜੇ ਬਣੇ ਆ ਪਿੰਡਾਂ ਦੇ ਵਿੱਚ, ਕਿਵੇਂ ਰਾਸ਼ਨ ਪਾਣੀ ਲਈ ਵੀ ਬੇਈਮਾਨੀ ਕਰਦੇ ਆ। ਇਹ ਉਹਨਾਂ ਦੀ ਆਪਣੀ ਨਿੱਕੀ ਜਿਹੀ ਪੋਲਿਟਿਕਸ ਹੈ ਜਿਹਦੇ ਵਿੱਚ ਵੀ ਪੰਜਾਬ ਬੀਜੇਪੀ ਚਾਹੁੰਦੀ ਨਹੀਂ ਹੈ ਕਿ ਮਜ਼ਦੂਰਾਂ ਦੀ ਦਿਹਾੜੀ ਵਧੇ। ਪੰਜਾਬ ਬੀਜੇਪੀ ਬਿਲਕੁਲ ਚਾਹੁੰਦੀ ਹੈ ਮਜ਼ਦੂਰਾਂ ਦੀ ਦਿਹਾੜੀ ਵਧੇ। ਮੈਂ ਐਪਰੀਸ਼ੀਏਟ ਕਰਦੀ ਕਿ ਮੁੱਖ ਮੰਤਰੀ ਸਾਹਿਬ ਨੇ ਇਹ ਮੁੱਦਾ ਉਠਾਇਆ ਔਰ ਜਦੋਂ ਪ੍ਰਧਾਨ ਮੰਤਰੀ ਸਾਹਿਬ ਕੋਲੇ ਗਏ, ਜਦੋਂ HM ਹੋਮ ਮਿਨਿਸਟਰ ਕੋਲੇ ਗਏ, ਉਦੋਂ ਉਹਨਾਂ ਨੂੰ ਮਦਦ ਮਿਲੀ ਹੈ। ਜਦੋਂ ਉਹਨਾਂ ਨੇ ਮਦਦ ਮੰਗੀ, ਇਹ ਆਮ ਆਦਮੀ ਪਾਰਟੀ ਦਾ ਇੱਕ ਚੱਕਰ ਆ ਕਿ ਸਿਰਫ ਆਪਣੇ ਆਪ ਨੂੰ ਬਹੁਤ ਚੰਗਾ ਕਹਿਣਾ ਤੇ ਦੂਜਿਆਂ ਨੂੰ ਮਾੜਾ ਕਹਿਣਾ। ਮੈਂ ਕਹਿ ਰਹੀ ਹਾਂ ਗੱਲ ਤੁਰੀ ਆ ਮਜ਼ਦੂਰਾਂ ਦੀ ਦਿਹਾੜੀ ਵਧਣ ਨੂੰ ਲੈ ਕੇ। ਗੱਲ ਇਹ ਹੋ ਰਹੀ ਹੈ ਕਿ ਕੀ ਨਹੀਂ ਹੋਇਆ, ਪਰ ਮੈਂ ਕਹਿ ਰਿਹਾ ਵੀ ਜੋ ਹੋਇਆ, ਜਿਹਦੇ ਲਈ ਆਵਾਜ਼ ਚੁੱਕੀ ਗਈ, ਕਿੰਨੇ ਹੀ ਲੱਖਾਂ ਕਰੋੜਾਂ ਮਜ਼ਦੂਰ ਇਸ ਚਰਚਾ ਨੂੰ ਸੁਣਨਗੇ, ਉਹਨਾਂ ਦੇ ਮਨਾਂ ਦੇ ਉੱਤੇ ਕੀ ਪ੍ਰਭਾਵ ਜਾਏਗਾ? ਬਿਲਕੁਲ ਇਹ ਬਹੁਤ ਚੰਗੀ ਗੱਲ ਆ ਔਰ ਅਸੀਂ ਇਹਨਾਂ ਦੀ ਮਦਦ ਵੀ ਕਰਾਂਗੇ ਕਿ ਛੇਤੀ ਤੋਂ ਛੇਤੀ ਇਹ ਜਿਹੜਾ ਇਹਨਾਂ ਨੇ ਮੰਗ ਕੀਤੀ ਆ ਉਹ ਪੂਰੀ ਹੋਵੇ। ਜਿਹੜੇ ਸਾਡੇ ਗਰੀਬ ਪਰਿਵਾਰ ਆ ਉਹਨਾਂ ਨੂੰ ਪ੍ਰੋਪਰ ਦਿਹਾੜੀ ਮਿਲਣੀ ਚਾਹੀਦੀ ਹੈ। RDF ਦੀ ਵੀ ਮੰਗ ਕੀਤੀ ਜਾਊਗੀ ਪੰਜਾਬ ਬੀਜੇਪੀ ਦੇ ਵੱਲੋਂ। RDF ਦੀ ਉਹ ਤਾਂ ਮਿਲਣਾ ਹੀ ਮਿਲਣਾ। ਇਹ ਐਵੇਂ ਰੌਲਾ ਪਾਈ ਜਾਂਦੇ, ਲੇਟ ਹੋ ਸਕਦਾ, ਥੋੜਾ ਹੋ ਸਕਦਾ ਵੀ ਨਾ ਮਿਲੇ। ਤੁਸੀਂ ਕਮਾਲ ਆ ਕਿ ਕਿਉਂ ਕੇਂਦਰ ਸਰਕਾਰ ਮਰ ਗਿਆ ਜੀ, ਉਦੋਂ ਬਾਅਦ ਉਹਨੂੰ ਸ਼ਿਫਾ ਦਿੱਤੀ ਦਾ ਕੀ ਫਾਇਦਾ? ਉਹਨੂੰ ਸ਼ਿਫਾ ਇੱਕ ਮਰੀਜ਼ ਕਿਵੇਂ ਮਰ ਜਾ? ਮੇਰੀ ਗੱਲ ਸੁਣੋ, ਜੇ ਇਹਨਾਂ ਦੀ ਜੇਬ 'ਚ ਇੰਨੇ ਪੈਸੇ ਹੈਗੇ ਆ ਕਿ ਨਜਾਇਜ਼ ਖਰਚਾ ਕਰਕੇ ਐਡਵਰਟਾਈਜ਼ ਕਰ ਸਕਦੇ ਆ, ਇਹਦਾ ਮਤਲਬ ਕਿ ਪੰਜਾਬ ਕੋਲੇ ਪੈਸੇ ਹੈਗੇ ਆ, ਰੌਲਾ ਪਾਉਂਦੇ ਆ। ਨਹੀਂ ਫਿਰ ਤੁਸੀਂ ਪੈਸੇ ਮਾਰ ਲਓ। ਬੀਬੀ ਜੀ ਗੱਲ ਸੁਣੋ, ਮੈਂ ਤੁਹਾਡੇ ਕੋਲੋਂ ਕਾਰ ਖਰੀਦ ਲਈ, ਇਦਾਂ ਹੀ ਕੇਂਦਰ ਨੇ ਸਾਡੇ ਕੋਲੋਂ ਝੋਨਾ ਤੇ ਕਣਕ ਖਰੀਦੀ। ਤੁਹਾਡੇ ਕੋਲ ਤਾਂ ਬਹੁਤ ਪੈਸੇ ਆ। ਮੈਨੂੰ ਗੱਲ ਕਰ ਦਿਓ, ਮੈਨੂੰ ਗੱਲ ਕਰ ਦਿਓ। ਮੈਂ ਤੁਹਾਡੇ ਪੈਸੇ ਮਾਰ ਲਵਾਂ, ਮੈਂ ਤੁਹਾਡੇ ਪੈਸੇ ਮਾਰ ਲਵਾਂ, ਕਾਰ ਦੇ ਪੈਸੇ ਪੂਰੇ ਨਾ ਦੇਵਾਂ, ਮੈਂ ਅਮਨ ਦੇਣੇ ਆ। ਮੈਂ ਪਰਚਾ ਨਹੀਂ ਹੁੰਦਾ ਫਿਰ ਜੇ ਅਮਨਜੀਤ ਕਾਰ ਮਾਰ ਲੂਗੀ ਤੇ ਪਰਚਾ ਨਹੀਂ ਹੋਊਗਾ। ਹਾਂ, ਮੈਂ ਉਹੀ ਕਹਿੰਦਾ ਵੀ ਤੁਹਾਡੇ ਤੇ ਪਰਚਾ ਬਣਦਾ। ਫਿਰ
ਤੁਹਾਡੇ ਤੇ ਪਰਚਾ ਬਣਦਾ ਆ। ਇੱਕ ਹੋਰ ਗੱਲ ਤੁਸੀਂ ਆਪ ਹੀ ਕਹਿਤਾ ਕੇਂਦਰ ਸਰਕਾਰ ਤੇ ਪਰਚਾ ਬਣਦਾ, ਸਾਡੇ ਪੈਸੇ ਨਹੀਂ ਦੇ ਰਹੇ। ਅਮਨਜੋਤ ਜੀ ਇਹ ਬਿਲਕੁਲ ਐਗਜ਼ਾਮਪਲ ਗਲਤ ਆ। ਨਹੀਂ ਚਲੋ ਇਹ ਤਾਂ ਗਲਤ ਹੈ। ਚਲੋ ਨੈਕਸਟ ਐਗਜ਼ਾਮਪਲ। ਨਹੀਂ, ਸਾਡੇ ਪੈਸੇ ਮਾਰੇ ਹੋਏ ਆ, ਕੇਂਦਰ ਨੇ ਸਾਡਾ ਆਰਡੀਐਫ ਮਾਰਿਆ ਹੋਇਆ। ਮੁੱਦਾ ਬਹੁਤ ਸੰਜੀਦਾ ਹੈ। ਮੈਂ ਗੱਲ ਢਾਲੀਵਾਲ ਸਾਹਿਬ ਇੱਥੇ ਕਹਿਣੀ ਚਾਹੁੰਦਾ ਆ, ਜਿਹੜਾ ਤੁਸੀਂ ਕਹਿ ਰਹੇ ਨਾ ਮੁੱਦਾ ਸੰਜੀਦਾ ਆ, ਮੁੱਦਾ ਬਹੁਤ ਹੀ ਸੰਜੀਦਾ ਆ। ਦੋ ਮੁੱਦੇ ਬਹੁਤ ਇੰਪੋਰਟੈਂਟ ਹੈ ਪੰਜਾਬ ਲਈ ਵੀ ਤੇ ਬਾਕੀ ਸੂਬਿਆਂ ਲਈ ਵੀ। ਇੱਕ ਮਨਰੇਗਾ ਦਾ, ਜਿੱਦਾਂ ਤੁਸੀਂ ਪਹਿਲਾਂ ਐਕਸਪਲੇਨ ਕੀਤਾ ਆ, ਤੇ ਨਾਲ ਹੀ ਗ੍ਰਾਮ ਸਭਾ ਦਾ। ਜੇ ਮਨਰੇਗਾ ਤੇ ਗ੍ਰਾਮ ਸਭਾ ਤੇ ਹੀ ਕੰਮ ਹੋਣਾ ਸ਼ੁਰੂ ਹੋ ਜਵੇ, ਮੈਂ ਤਾਂ ਇਹ ਕਹਿਣਾ ਪਏ ਇਹਦੇ ਨਾਲ ਦਾ ਦੁਨੀਆ 'ਚ ਪੁੰਨ ਕੋਈ ਨਹੀਂ ਹੈ। ਸੋ ਬੀਬੀ ਜੀ, ਤੁਸੀਂ ਮਜ਼ਦੂਰਾਂ ਦੀ ਦਿਹਾੜੀ ਵਧਾਓ ਤੇ ਇਹਦੇ ਹੱਕ 'ਚ ਬੋਲੋ। ਹਾਂਜੀ, ਸਾਡਾ ਆਰਡੀਐਫ ਦਵਾਓ। ਤੁਸੀਂ ਕਹਿੰਦੇ ਹੋ ਪੈਸੇ ਮਿਲਣੇ ਆ। ਨਹੀਂ, ਮੈਨੂੰ ਜਵਾਬ ਤਾਂ ਲੈ ਲਓ ਨਾ। बीजेपी सबका साथ सबका विकास चाहती है। ਤੁਸੀਂ ਵੈਸੇ ਹੀ ਗੱਲ ਬਣਾ ਰਹੇ ਹੋ, ਅਸੀਂ ਸਭ ਕੁਝ ਦੇ ਰਹੇ ਹਾਂ। ਮਨਾ ਹੋਇਆ ਹੋਵੇ ਤਾਂ ਤੁਸੀਂ ਮੇਰੇ ਤੇ ਅਟੈਕ ਕਰੋ। ਤੁਸੀਂ ਮੰਗੇ ਤੇ ਮੈਂ ਸਪੋਰਟ ਕਰ ਰਹੀ ਹਾਂ। ਅਮਨਜੋਤ ਜੀ ਨੂੰ ਨਰਿੰਦਰ ਸੰਧੂ ਸਾਹਿਬ ਕੁਝ ਸੰਧੂ ਸਾਹਿਬ, ਮੈਂ ਇੱਕ ਲਾਈਨ ਮੈਨੂੰ ਕਹਿ ਲੈਣ ਦਿਓ। ਸੰਧੂ ਸਾਹਿਬ ਇੱਕ ਲਾਈਨ ਕਹਿ ਲੈਣ ਦਿਓ। ਬੀਬੀ ਜੀ ਕਹਿੰਦੇ ਆ ਪੈਸੇ ਮਿਲਣੇ ਆ। ਬੀਬੀ ਜੀ ਗੱਲ ਸੁਣੋ, ਇਹ ਕਾਂਗਰਸ ਦੇ ਇੱਕ ਮੰਤਰੀ ਜਿਹੜੇ ਆ, ਉਹ ਲੋਕਾਂ ਦਾ ਵਜੀਫਾ ਖਾ ਗਏ ਸੀਗੇ, ਬੱਚਿਆਂ ਦੀ ਪੜ੍ਹਾਈ ਰਹਿ ਗਈ, ਬੱਚੇ ਪੜ੍ਹ ਹੀ ਨਹੀਂ ਸਕੇ ਜਿਨ੍ਹਾਂ ਨੂੰ ਵਜੀਫਾ ਨਹੀਂ ਮਿਲਿਆ। ਸੋ ਇਦਾਂ ਕਿਸੇ ਦੇ ਪੈਸੇ ਮਾਰਨੇ ਨਹੀਂ ਚਾਹੀਦੇ, ਪੈਸੇ ਨਹੀਂ ਮਾਰਨੇ ਚਾਹੀਦੇ। ਆਰਡੀਐਫ ਦਿਓ ਪੰਜਾਬ ਦਾ, ਮਨਰੇਗਾ ਦੀ ਦਿਹਾੜੀ ਵਧਾਓ, ਦਿਹਾੜੀਆਂ ਵੀ ਵਧਾਓ ਤੇ ਦਿਹਾੜੀ ਵੀ ਵਧਾਓ। ਸੰਧੂ ਸਾਹਿਬ। ਧਾਰੀਵਾਲ ਜੀ, ਮੈਂ ਨਾ ਚਰਚਾ ਸੁਣ ਰਿਹਾ ਸੀ ਇਹਨਾਂ ਦੋਵਾਂ ਦੀ। ਦੇਖੋ, ਸਾਡੇ ਬੜੇ ਸਤਿਕਾਰਯੋਗ ਨੇ ਭੈਣ ਜੀ, ਪਰ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦੀ ਕਿਤੇ ਸੁਣਵਾਈ ਬੀਜੇਪੀ ਦੇ ਦਫ਼ਤਰ ਤੱਕ ਹੁੰਦੀ। ਮੈਨੂੰ ਪੱਕੀ ਗੱਲ ਹੈ, ਇੱਥੇ ਬੁਲਾਰੇ ਬੀਜੇਪੀ ਦੇ ਆ ਕੇ ਬੜੀ ਵੱਡੀਆਂ ਗੱਲਾਂ ਕਰ ਦਿੰਦੇ ਆ। ਜਦੋਂ ਕਿਸਾਨੀ ਅੰਦੋਲਨ ਸੀ ਨਾ, ਕਿਸੇ ਦੀ ਜ਼ਰੂਰਤ ਨਹੀਂ ਸੀ ਗੱਲ ਕਰਕੇ ਆਉਂਦਾ ਪ੍ਰਧਾਨ ਮੰਤਰੀ ਘਰੇ ਜਾ ਕੇ। ਕਿਸੇ ਬੰਦੇ ਦੀ ਜ਼ਰੂਰਤ ਨਹੀਂ ਸੀ, ਲੱਤਾਂ ਭਾਰ ਨਹੀਂ ਸੀ ਕਿਸੇ ਦੇ ਝੱਲਦੀਆਂ। ਅੱਜ ਵੀ ਉਹੀ ਹਾਲ ਹੈ। ਤੁਹਾਡੀ ਬੀਜੇਪੀ ਵਾਲਿਓ, ਕਿਸੇ ਦੀ ਸੁਣਵਾਈ ਨਹੀਂ ਪ੍ਰਧਾਨ ਮੰਤਰੀ ਕਰਨ ਦੇ ਵਿੱਚ ਹੁੰਦੀ। ਤੁਹਾਡੀ ਕੋਈ ਨਹੀਂ ਸੁਣਦਾ। ਜੋ ਤੁਹਾਨੂੰ ਕਹਿੰਦੇ ਥੋਪ ਕੇ ਤੁਸੀਂ ਮੰਨ ਦਿਓ। ਇੱਥੇ ਤੁਸੀਂ ਜੋ ਮਰਜ਼ੀ, ਮੇਰੀ ਸਤਿਕਾਰਯੋਗ ਭੈਣ ਜੀ, ਤੁਸੀਂ ਬਹਿਸ ਕਰ ਦਿਓ, ਜੋ ਮਰਜ਼ੀ ਗੱਲ ਕਰ ਲਓ, ਮਨ ਘੜਤ ਤੁਹਾਡੀਆਂ ਗੱਲਾਂ ਨੇ। ਤੁਹਾਡੀ ਉੱਥੇ ਇੱਕ ਪੈਸੇ ਦੀ ਸੁਣਵਾਈ ਨਹੀਂ ਹੈਗੀ। ਪੰਜਾਬ ਬੀਜੇਪੀ ਦੀ ਜਿਹੜੀ ਕੱਢ ਰਹੀ, ਉਹਨੂੰ ਕੋਈ ਨਹੀਂ ਸੁਣਦਾ। ਉੱਥੋਂ ਦੇ ਫੈਸਲੇ ਤੇ ਥੋਪ ਦੇ ਤੇ ਤੁਹਾਨੂੰ ਮੰਨਣੇ ਪੈਂਦੇ ਆ। ਸਾਡੀ ਜਿਹੜੀ ਇਕਾਈ ਅਸੀਂ ਇੱਕ ਗੱਲ ਸੁਣ ਕੇ ਤੇ ਕਰਦੇ ਆ। ਬਿਲਕੁਲ, ਮੈਂ ਤੱਥਾਂ ਨਾ ਕਹਿਣ ਡਿਆ ਜੀ, ਗਲਤ ਮੈਂ ਤੁਹਾਡੇ ਸਾਹਮਣੇ ਕਹਿਣ ਡਿਆ, ਮੈਂ ਤੁਹਾਡੇ ਪਿੱਛੇ ਨਹੀਂ। ਮੈਂ ਖੁਦ ਕਿਸਾਨ ਮੋਰਚੇ ਦੇ ਲਈ ਗੱਲ ਕੀਤੀ ਆ ਔਰ ਸੁਣੀ ਵੀ ਗਈ ਆ, और प्रधानमंत्री ने किसान मोर्चा वापस भी लिया। मैं मिनिस्टर ਨਾਲ ਕੀਤੀ ਹੈ। ਜਾਣ ਕੇ ਕਹੋ ਤੁਸੀਂ ਰੱਬ मैं झूठ नहीं बोलती। एक गल मैं प्रधानमंत्री ਨੂੰ ਮਿਲੀ ਆ, प्रधानमंत्री ਨੂੰ ਮਿਲੀ ਆ, ਉਹ ਮੁੱਦੇ ਤੇ ਗੱਲ ਨਹੀਂ ਕੀਤੀ, ਪਰ ਮੈਂ ਮਿਨਿਸਟਰ ਨਾਲ ਗੱਲ ਕੀਤੀ ਆ। ਉਹਨਾਂ ਉਦੋਂ नहीं, वो तो बाद च मिली है प्रधानमंत्री ਨੂੰ, ਉਹਦਾ ਨਹੀਂ ਸੀ ਮਿਲੀ। भाई साहब, क्यों ਤੁਸੀਂ ਮੈਨੂੰ ਜਾ ਰਹੇ ਹੋ? ਗੱਲ ਸੁਣੋ। प्रधान मंत्री ने किसान ਜਿਹੜੇ 3 ਕਾਨੂੰਨ ਸੀ ਉਹ ਵਾਪਸ ਲਏ ਆ। ਕੋਈ ਛੋਟੀ ਗੱਲ ਨਹੀਂ ਹੈ। ਟੱਕੀ ਰਹੋ ਤੁਸੀਂ ਨਾ ਪੰਜਾਬੀ ਬੀਜੇਪੀ ਵਾਲਾ ਟੱਕੀ। ਨਹੀਂ ਵੀਰ ਜੀ, ਮੈਂ ਤਾਂ ਝੂਠ ਨਹੀਂ ਬੋਲਦੀ। ਮੈਨੂੰ ਝੂਠ ਬੋਲਣ ਦੀ ਆਸਾਸ ਚ ਲੋੜ ਨਹੀਂ ਹੈ। मैं आप खेती मंत्री ਨੂੰ ਮਿਲੀ ਆ ਔਰ ਉਹਨਾਂ ਨੂੰ ਕਿਹਾ ਹੈ ਕਿ ਇਹਨੂੰ ਹੱਲ ਕਰੋ ਕਿਸਾਨਾਂ ਦੇ। ਸਾਡੇ ਕਿਸਾਨਾਂ ਨੇ 1 ਸਾਲ ਵੇਖ ਲਿਆ ਸੀ ਤੁਹਾਡਾ ਕੀ ਹਾਲ ਕੀਤਾ। ਕਿਸਾਨ ਜਿਹੜੇ ਆ ਬੀਜੇਪੀ ਤੋਂ ਬੜੇ ਸੁਖੀ ਆ, ਇਹ ਸਾਨੂੰ ਬਹੁਤ ਪਤਾ, ਫਿਕਰ ਨਾ ਕਰੋ। ਇਹਦਾ ਤੁਸੀਂ ਸਾਡੇ ਤਾਂ ਕੋਈ ਗੱਲ ਨਹੀਂ। ਪਰ ਇੱਕ ਮਿੰਟ ਰੋਕਣਾ ਚਾਹੁੰਦਾ। ਆਪਾਂ ਮਜ਼ਦੂਰਾਂ ਦਾ ਇੱਕ ਪ੍ਰੋਟੈਸਟ ਚੱਲ ਰਿਹਾ ਹੈ, ਉੱਥੋਂ ਲਾਈਵ ਕਵਰੇਜ ਆ ਰਹੀ ਹੈ। ਇੱਕ ਵਾਰੀ ਮਜ਼ਦੂਰਾਂ ਦੀ ਗੁਹਾਰ ਕੀ ਹੈ ਉਹ ਸੁਣ ਲੈਂਦੇ ਆ। जॉब कार्ड नहीं बना के दिते जा रहे, कदे GRS फड़ लेंदा है, कदे पंचायत कोले रख लेंदी है। ये 15 दिनों के अंदर बना के संबंधित बिनाकार नूं देना हुंदा, पर नहीं दिता जा रहा। बार-बार गीड़े मार रहे। अगला हैगा अर्जी जिहड़ी काम लई देनी है। कानून कहंदा भी अर्जी देवे वर्कर जिहड़ा है जिहदा जॉब कार्ड बनया होया, ਉਹਨੂੰ 15 ਦਿਨਾਂ ਦੇ ਅੰਦਰ ਕੰਮ ਦੇਣਾ। ਪੰਚਾਇਤ ਦਾ ਜਾਂ ਇਹਨਾਂ ਦੇ ਅਧਿਕਾਰੀਆਂ ਦਾ, ਬਲਾਕ ਦਾ, ਆਪਣਾ ਪ੍ਰੋਗਰਾਮ ਅਫਸਰ ਦਾ ਕੰਮ, AP ਦਾ ਕੰਮ ਦੇਣਾ ਕੰਮ ਹੈਗਾ, ਡਿਊਟੀ ਦਾ, ਪਰ ਉਹ ਦਿੱਤੇ ਨਹੀਂ ਜਾ ਰਹੇ। ਪਰ ਜੇ ਕੰਮ ਨਹੀਂ ਦਿੱਤਾ ਜਾਂਦਾ ਹੈਗਾ ਤਾਂ ਬੇਰੁਜ਼ਗਾਰੀ ਭੱਤਾ ਕਾਨੂੰਨ ਕਹਿੰਦਾ ਵੀ ਦਿੱਤਾ ਜਾਵੇ। ਕਿਉਂ ਮੰਨ ਕੇ ਚਲੋ ਜਿਹੜੇ ਹੁਣ ਕੁੜੀਆਂ 70 ਸਾਲ ਦੇ ਲਵੇ ਲੱਗੀਆਂ ਪਈਆਂ ਨੇ, ਉਹਨਾਂ ਤੋਂ ਹਟ ਕੇ ਸਰ ਕੰਮ ਨਹੀਂ ਹੋਣਾ। ਸਰ ਸਾਡਾ ਕੰਮ ਬੰਦ ਕੀਤਾ ਜਾਵੇ। ਜੇ ਬੰਦ ਕੇ ਦਿੱਤਾ ਜਾਂਦਾ, ਜਿਹੜਾ ਸਾਡਾ ਸਹੀ ਸਰ ਪੇਮੈਂਟ ਹੋਵੇ ਜੀ, ਸਹੀ ਸਰ ਸਾਨੂੰ ਟਾਈਮ ਦਿੱਤਾ ਜਾਵੇ, ਕੰਮ ਦਾ ਪੂਰਾ ਹੋਵੇ ਜੀ। ਅਰਜੀ 'ਚ ਕਹਿ ਕੇ ਦਿਨ ਪਾ ਦਿੰਦੇ ਨੇ ਜੀ, ਕਹਿੰਦੇ ਨੇ ਅੱਜ ਨਹੀਂ ਕੱਢਦੇ ਕੱਲ੍ਹ ਨੂੰ ਕੱਢਾਂਗੇ।
ਸਰ ਤੁਹਾਡੇ ਜੌਬ ਕਾਰਡ ਬਣ ਚੁੱਕੇ? ਹਾਂਜੀ ਸਰ, ਜਿਹਦੇ ਬਣਾਉਣਾ ਚਾਹੁੰਦੇ ਨੇ ਸਰ ਅਸੀਂ ਇੱਥੇ ਦੇ ਕੇ ਜਾਂਦੇ ਜੀ ਕਾਗਜ਼। ਅੱਧੇ ਤਾਂ ਨਹੀਂ ਪਤਾ ਸਰਪੰਚਾਂ ਦੇ ਘਰੀ ਪਏ ਹੋਣ ਜੀ, ਤੇ ਜੇ ਉਰੇ ਫੜਾ ਕੇ ਜਾਂਦੇ ਵੀ ਕਹਿ ਦਿੰਦੇ ਨੇ ਅੱਜ ਦੇਵਾਂਗੇ ਕੱਲ ਦੇਵਾਂਗੇ। ਫਿਰ ਜਿਹੜੇ ਕੰਮ ਕਰਨਾ ਚਾਹੁੰਦੇ ਨੇ ਜੀ ਉਹਨਾਂ ਨੂੰ ਵਿਚਾਰਿਆਂ ਨੂੰ ਕੰਮ ਨਹੀਂ ਟਾਈਮ ਸਿਰ ਮਿਲ ਰਿਹਾ। ਬਾਕੀ ਜਿਹੜੇ ਬੇਟਾਈਮ ਉਹ ਨੇ ਜੀ, ਜਿਨ੍ਹਾਂ ਨੂੰ ਨਹੀਂ ਲੋੜ ਹੈਗੀ ਉਹਨਾਂ ਦਾ ਟਾਈਮ ਸਿਰ ਹੀ ਬਣਾ ਕੇ ਦੇ ਦਿੰਦੇ ਨੇ। ਅਮਨਜੋਤ ਜੀ, ਮੇਰਾ ਸਵਾਲ ਵਿੱਚ ਹੁਣ ਰਹਿ ਗਿਆ ਦੇਖੋ, ਸੀ, ਹਾਂਜੀ। ਮੇਰਾ ਸਵਾਲ ਲੈ ਲਿਓ ਕਾਈਂਡਲੀ, ਮੇਰੀ ਬੇਨਤੀ ਹੈ। ਮੇਰਾ ਸਵਾਲ ਰਹਿ ਗਿਆ, ਤੁਸੀਂ ਕਹਿੰਦੇ ਵੀ ਪੰਜਾਬ ਸਰਕਾਰ ਦੇ ਕੋਲ ਪੈਸੇ ਬਹੁਤ ਨੇ, ਵਾਧੂ ਨੇ, ਇਹ ਐਵੇਂ ਡਰਾਮੇ ਕਰਦੇ ਆ, ਇਹਨਾਂ ਨੂੰ ਲੋੜ ਨਹੀਂ। ਕੀ ਕੇਂਦਰ ਸਰਕਾਰ ਆਪਣੇ ਮੁਲਾਜ਼ਮ ਨੂੰ, ਕਿਸੇ ਨੂੰ ਵੀ ਸਰਕਾਰੀ ਮੁਲਾਜ਼ਮ ਨੂੰ ਇਹ ਗੱਲ ਕਹਿ ਸਕਦੀ ਹੈ ਕਿ ਤੇਰੇ ਅਕਾਊਂਟ 'ਚ ਤਾਂ 10-12 ਲੱਖ ਰੁਪਇਆ ਪਿਆ, ਤੈਨੂੰ ਪੈਸੇ ਦੀ ਕੀ ਲੋੜ ਹੈ, ਐਤਕੀ ਤੈਨੂੰ ਤਨਖਾਹ ਨਹੀਂ ਦਿੰਦੇ ਅਸੀਂ? ਮੇਰਾ ਮਤਲਬ ਇਹ ਨਹੀਂ ਸੀ ਗੁਰਜੋਤ ਸਿੰਘ ਜੀ, ਮੇਰਾ ਮਤਲਬ ਇਹ ਸੀਗਾ ਕਿ ਇਹ ਪੰਜਾਬ ਦੇ ਪੈਸੇ ਐਡਵਰਟਾਈਜ਼ਮੈਂਟ ਤੇ ਖਰਚ ਰਹੇ ਆ, ਉਹਦੀ ਬਜਾਏ ਇਹ ਲੋਕਾਂ ਨੂੰ ਦੇਣ। ਹੁਣ ਦੇਖੋ ਗੱਲ ਨਿਕਲ ਆਈ ਨਾ, ਲੋਕ ਕੀ ਕਹਿ ਰਹੇ ਆ ਕਿ 15-15 ਦਿਨਾਂ ਤੋਂ ਕਾਰਡ ਨਹੀਂ ਬਣੇ, 15 ਦਿਨਾਂ ਦੇ ਕਾਰਡ ਨਹੀਂ ਬਣਦੇ। ਸਰਪੰਚ ਫਾਰਮ ਭਰ ਕੇ ਉੱਥੇ ਪੈ ਰਹਿੰਦੇ ਆ, ਉਹ ਕਾਰਡ ਨਹੀਂ ਬਣਾ ਕੇ ਦਿੰਦਾ। ਜੇ ਸੈਕਟਰੀ ਉਹ ਸਾਈਨ ਨਹੀਂ ਕਰਦਾ ਤੇ ਕਸੂਰ ਕਿਹਦਾ ਨਿਕਲਿਆ? ਕਸੂਰ ਇਹਨਾਂ ਦਾ ਨਿਕਲਿਆ ਨਾ, ਆਮ ਆਦਮੀ ਪਾਰਟੀ ਦਾ ਪਰਦਾਫਾਸ਼ ਹੋ ਗਿਆ ਨਾ। ਹਾਂ, ਜਿਹੜੀ ਮਨਰੇਗਾ ਦੀ ਤਨਖਾਹ ਵਧਾਉਣ ਵਾਲੀ ਗੱਲ ਆ, ਦਿਹਾੜੀ ਵਧਾਉਣ ਵਾਲੀ ਗੱਲ ਆ, ਉਹਦੇ ਨਾਲ ਮੈਂ ਇਹਨਾਂ ਦੇ ਹੱਕ 'ਚ ਆ ਕਿ ਉਹ ਮੰਗਣੀ ਚਾਹੀਏ। ਇਹ ਕੇਂਦਰ ਦਾ ਸਾਡਾ ਹੱਕ ਆ ਔਰ ਕੇਂਦਰ ਦੇਊਗਾ ਵੀ, ਪਰ ਇਸ ਗੱਲ ਨੂੰ ਉਲਝਾ ਕੇ ਕੇਂਦਰ ਦੇ ਨਾਲ ਲਾਉਣਾ ਤੇ ਇਹ ਕਹਿਣਾ ਵੀ ਉਹ ਮਾੜੇ ਆ ਤੇ ਅਸੀਂ ਚੰਗੇ ਆ, ਇਹ ਗਲਤ ਗੱਲ ਆ। ਸਿਆਸਤ ਨਾ ਕਰਨ, ਸਿਆਸਤ ਨੂੰ ਸਹੀ ਗੱਲ ਦੇਖਣ ਕਿ ਅਸਲ ਵਿੱਚ ਇਹਨਾਂ ਦੇ ਆਪ ਦਾ ਕਸੂਰ ਆ। ਇਹਨਾਂ ਦੇ ਸੈਕਟਰੀ ਕੰਮ ਨਹੀਂ ਕਰਦੇ, ਸੈਕਟਰੀ ਬੜੇ ਹੰਕਾਰੇ ਹੁੰਦੇ, ਮੈਨੂੰ ਤਾਂ ਪਤਾ, ਮੈਂ ਦੇਖਿਆ। ਸਰਪੰਚ ਉਦੋਂ ਹੰਕਾਰਿਆ ਹੁੰਦਾ ਗਰੀਬਾਂ ਨਾਲ। ਇੱਥੇ ਪ੍ਰੋਬਲਮ ਸੋਲਵ ਕਰਨ, ਉੱਤੋਂ ਤਾਂ ਦਿਹਾੜੀ ਵਧੀ ਜਾਊਗੀ। ਚਲੋ ਠੀਕ ਹੈ ਸੰਘੇੜਾ ਸਾਹਿਬ, ਤੁਹਾਡੇ ਅਫਸਰ ਕੰਮ ਨਹੀਂ ਕਰਦੇ ਹੈ, ਪਹਿਲਾਂ ਉਹਨਾਂ ਨੂੰ ਕਹੋ ਕਿ ਕੰਮ ਕਰਨ, ਉਹ ਜੌਬ ਕਾਰਡ ਜਿਹੜੇ ਆ ਬਣਵਾ ਕੇ ਦੇਣ। ਦੇਖੋ ਜੀ ਧਾਲੀਵਾਲ ਸਾਹਿਬ, ਇਸ ਗੱਲ ਤੋਂ ਮਤਲਬ ਕੋਈ ਇਨਕਾਰ ਨਹੀਂ ਕਰਦਾ ਹੈਗਾ। ਇਨਐਫੀਸ਼ੀਐਂਸੀਜ਼ ਹਰ ਇੱਕ ਜਗ੍ਹਾ ਤੇ ਹੁੰਦੀਆਂ। ਜਿਹੜਾ ਇਹ ਬੀਬੀ ਅਮਨਜੋਤ ਕੌਰ ਕਹਿੰਦੇ ਆ ਵੀ ਹੰਕਾਰੇ ਹੋਏ ਨੇ ਜਾਂ ਹੋਰ ਸਾਰਾ ਕੁਛ ਆ, ਇਹ ਕਲਚਰ ਪਿਛਲੇ 70 ਸਾਲ 'ਚ ਜੋ ਵੀ ਡਿਵੈਲਪ ਹੋਇਆ ਅਸੀਂ ਉਹਨੂੰ ਸੁਧਾਰਨ ਤੇ ਲੱਗੇ ਹੋਏ ਆ। ਨਾਲੇ ਜੇ ਜਥੇਬੰਦੀਆਂ, ਕੋਈ ਵੀ ਮਜ਼ਦੂਰ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਜਿੱਥੇ ਵੀ ਕਿਤੇ ਉਸਾਰੂ ਢੰਗ ਨਾਲ ਕੋਈ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮੁਜ਼ਾਹਰੇ ਕਰਦੇ ਆ, ਮੰਗ ਪੱਤਰ ਦਿੰਦੇ ਆ, ਹੋਰ ਮੰਗ ਕਰਦੇ ਆ, ਉਹ ਅਸੀਂ ਉਹਨੂੰ ਮਿਰਰ ਇਮੇਜ ਦੇ ਤੌਰ ਤੇ ਲੈਂਦੇ ਆ। ਜਿੱਥੇ ਵੀ ਕਿਤੇ ਊਣਤਾਈਆਂ ਪਤਾ ਲੱਗਦੀਆਂ ਇੱਕਦਮ ਉਹਨਾਂ ਦੀ ਰੋਕਥਾਮ ਕਰੀਦੀ ਆ, ਤੇ ਉਹਦੇ ਤਹਿਤ ਹੀ ਜਿਹੜੀ ਇਹ ਸਾਰਾ ਸਿਸਟਮ ਨੂੰ ਠੀਕ ਕਰਨ ਲਈ ਇੰਨਾ ਕੁਝ ਹੋ ਰਿਹਾ ਹੈ। ਐਡਮਿਨਿਸਟ੍ਰੇਸ਼ਨ 'ਚ ਵੱਡੇ ਪੱਧਰ ਤੇ ਬਦਲਾਅ ਕੀਤੇ ਗਏ ਆ, ਔਰ ਰਿਸ਼ਵਤਖੋਰੀ ਨੂੰ ਰੋਕਣ ਲਈ ਵੱਡੇ ਪੱਧਰ ਤੇ ਜਿਹੜੇ ਵੱਡੇ ਬੰਦੇ ਅੰਦਰ ਗਏ ਆ। ਇਦਾਂ ਨਹੀਂ ਵੀ ਪਟਵਾਰੀ ਫੜ ਲਿਆ ਤੇ ਹੋਰ ਉਹ ਤੋਂ ਉੱਪਰ ਕਹਿਣਾ ਹੀ ਨਹੀਂ ਕਿਸੇ ਨੂੰ। ਕੁਝ ਮੰਤਰੀ ਤੱਕ ਅੰਦਰ ਗਏ ਆ। ਸੰਧੂ ਸਾਹਿਬ ਚਾਹੇ ਗਿਲਾ ਕਰ ਰਹੇ ਆ ਕਿ ਸਾਰੇ ਹੀ ਕਰਪਟ ਹੋ ਗਏ, ਸਾਰੇ ਨਹੀਂ। ਸੰਧੂ ਸਾਹਿਬ ਬਹੁਤ ਕਰਪਟ ਹੀ ਆ ਕਾਂਗਰਸ ਵਾਲੇ। ਔਰ ਭਗਵੰਤ ਮਾਨ ਸਾਹਿਬ ਨੇ, ਮੁੱਖ ਮੰਤਰੀ ਸਾਹਿਬ ਨੇ ਵਿਧਾਨ ਸਭਾ 'ਚ ਕਿਹਾ ਵੀ ਤੁਹਾਡੇ ਸਾਰਿਆਂ ਦੀਆਂ ਫਾਈਲਾਂ ਆ ਮੇਰੇ ਕੋਲ, ਸਾਰੇ ਤੁਸੀਂ ਇਕੱਲੇ ਅੰਦਰ ਜਾਓਗੇ। ਨੀਵੀਂ ਕਿਉਂ ਪਾ ਲਈ ਸੀ ਸਾਰਿਆਂ ਨੇ? ਮੈਂ ਹੀ ਨਹੀਂ ਕਹਿੰਦਾ, ਤੁਹਾਡੇ ਸਾਬਕਾ ਸੀਨੀਅਰ ਆਗੂ ਜਿਹੜੇ ਆ ਉਹਨਾਂ ਨੇ ਔਨ ਏਅਰ ਇਹ ਗੱਲ ਕਹੀ ਆ ਕਿ ਇਹਨਾਂ ਚੋਂ ਕੋਈ ਵੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਸਾਹਮਣੇ ਇਹਨਾਂ ਗੱਲਾਂ ਤੋਂ ਬਾਅਦ ਸਿਰ ਨਹੀਂ ਚੱਕ ਚੁੱਕਿਆ। ਇਹ ਅਨਫੋਰਚੂਨੇਟਲੀ ਸਹੀ ਗੱਲ ਆ ਸੰਧੂ ਸਾਹਿਬ। ਜੇ ਤੁਸੀਂ ਸਹੀ ਹੋ, ਤੁਹਾਡੇ ਨਾਲ ਦੇ ਸਹੀ ਆ, ਤੁਹਾਡੇ ਮਿੱਤਰ ਦੋਸਤ ਸਹੀ ਹੋਣਗੇ, ਪਰ ਸਾਰਾ ਕੁਝ ਸਹੀ ਨਹੀਂ ਹੈ। ਜਿਹੜਾ ਕਰਪਟ ਹੈ ਬੰਦਾ ਉਹੋ ਹੀ ਅੰਦਰ ਜਾ ਰਿਹਾ। ਇਹ ਕਰਪਸ਼ਨ ਦਾ ਕਾਨੂੰਨ ਜਿਹੜਾ, ਉਹਦੇ ਤਹਿਤ ਜਦੋਂ ਸਾਰਾ ਕੁਝ ਹੋ ਜਾਂਦਾ ਹੈ, ਜ਼ਮਾਨਤ ਹੋ ਜਾਂਦੀ ਹੈ, ਜ਼ਮਾਨਤ ਦੀ ਪ੍ਰੋਵੀਜ਼ਨ ਹੈ, ਪਰ ਕੇਸ ਚੱਲਦਾ ਰਹਿੰਦਾ ਹੈ ਔਰ ਸਜ਼ਾਵਾਂ ਹੋਣਗੀਆਂ ਸਾਰਿਆਂ ਨੇ। ਮੈਂ ਤੁਹਾਨੂੰ ਦੱਸਾਂ ਵੱਡੇ ਪੱਧਰ ਤੇ ਕਰਪਸ਼ਨ ਫੈਲੀ ਹੋਈ ਆ। ਇਹ ਵੀ ਇਨਐਫੀਸ਼ੀਐਂਸੀ ਜਿਹੜੀ ਧਾਲੀਵਾਲ ਸਾਹਿਬ ਤੁਸੀਂ ਗੱਲ ਕੀਤੀ ਆ, ਉਹ ਅਸੀਂ ਦੂਰ ਕਰਾਂਗੇ। ਨਾਲੋਂ ਨਾਲ ਸਾਡਾ ਮੀਡੀਆ ਨੂੰ ਵੀ ਸੁਣਦੇ ਆ ਸਾਰਾ ਕੁਝ, ਮੰਗ ਪੱਤਰ ਸੀਐਮ ਸਾਹਿਬ। ਉਹਦੇ ਵਿੱਚ ਇੱਕ ਹੋਰ ਵੀ ਗੱਲ ਹੈ ਜਿਹੜੀ ਕਿ ਉਹ ਗੱਲ ਨਹੀਂ ਪਹੁੰਚ ਸਕੀ ਹੈ। ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਗੱਲ ਵੀ ਇਹਦੇ ਵਿੱਚ ਜੁੜ ਜਾਵੇ। ਉਹ ਕਹਿੰਦੇ ਆ ਕਿ ਆਨਲਾਈਨ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਆਉਂਦੀਆਂ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਸ ਸਿਸਟਮ ਨੂੰ ਸਰਕਾਰ ਦੇ ਕਹੇ ਤੇ ਆਨਲਾਈਨ ਕੀਤਾ ਗਿਆ। ਉਹ ਕਹਿੰਦੇ ਆਨਲਾਈਨ ਕਈ ਵਾਰੀ ਕੋਈ ਨੈਟਵਰਕਿੰਗ ਦੀ ਪ੍ਰੋਬਲਮ ਹੈ, ਕੋਈ ਪ੍ਰੋਬਲਮ, ਕਿ ਆਫਲਾਈਨ ਵੀ ਕੀਤਾ ਜਾਵੇ ਤਾਂ ਜੋ ਕੰਮ ਸੌਖਿਆਂ 'ਚ ਚੜ੍ਹ ਸਕੇ। ਮੈਂ ਕਦੇ ਕਿਸੇ ਦਾ ਇਹਦੇ ਵਿੱਚ ਕਸੂਰ ਨਹੀਂ ਕੱਢਦਾ, ਪਰ ਗੱਲ ਇਹ ਆ ਕਿ ਜਿਹੜਾ ਮਜ਼ਦੂਰ ਹੈ, ਕਿਸਾਨ ਹੈ, ਜਿਹੜਾ ਇਹਨਾਂ ਦਾ ਆਪਸ ਦੇ ਵਿੱਚ ਸਾਥ ਹੈ, ਇਹਨਾਂ ਦਾ ਜੋ ਇੱਕ ਦੂਜੇ ਨਾਲ ਮੇਲ ਮਿਲਾਪ ਬਣਿਆ ਹੋਇਆ ਹੈ, ਔਰ ਜੇਕਰ ਸਰਕਾਰਾਂ ਇਹਦੇ ਉੱਤੇ ਨਜ਼ਰਸਾਨੀ ਕਰਨਗੀਆਂ, ਮਿਹਰਬਾਨੀ ਕਰਨਗੀਆਂ, ਤਾਂ ਹੀ ਇਸ ਮੁਲਕ ਦਾ ਭਵਿੱਖ ਚੰਗਾ ਹੋ ਸਕਦਾ ਹੈ। ਬਾਕੀ ਜੇ ਤੁਸੀਂ ਕਹੋਗੇ ਕਿ ਬੁਲਟ ਟ੍ਰੇਨ ਲਿਆ ਕੇ ਅਸੀਂ ਉਸ ਸਪੀਡ ਦੇ ਨਾਲ ਅੱਗੇ ਜਾਵਾਂਗੇ ਪਰ ਕਿਸਾਨ ਨੂੰ ਅਸੀਂ ਗੱਡੇ ਤੇ ਛੱਡ ਜਾਵਾਂਗੇ, ਫਿਰ ਤਰੱਕੀ ਸ਼ਾਇਦ ਇਸ ਮੁਲਕ ਦੀ ਪੋਸੀਬਲ ਨਹੀਂ ਹੈ। ਸੋ ਇਸ ਪਾਸੇ ਸਰਕਾਰਾਂ ਨੂੰ, ਸੂਬਾਈਆਂ ਨੂੰ ਤੇ ਕੇਂਦਰ ਨੂੰ ਦੋਵਾਂ ਨੂੰ ਸੋਚਣਾ ਪਏਗਾ, ਤਾਂ ਹੀ ਜਿਹੜਾ ਹੈ ਕੁਝ ਬਦਲ ਸਕਦਾ ਹੈ। ਤੁਸੀਂ ਇਸ ਚਰਚਾ ਦੇ ਵਿੱਚ ਜੁੜੇ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
ਸਤਿ ਸ਼੍ਰੀ ਅਕਾਲ ਜੀ। ਸੱਚੀ ਸੋ ਗੱਲ ਇਹ ਹੈ ਕਿ ਮਜ਼ਦੂਰ ਦੀ ਦਿਹਾੜੀ ਵਧਣੀ ਚਾਹੀਦੀ ਹੈ ਤੇ ਵਧਣੀ ਵੀ ਇਸ ਕਦਰ ਚਾਹੀਦੀ ਹੈ ਕਿ ਉਹਨੂੰ ਆਪਣੀ ਮੁੱਢਲੀ ਸਹੂਲਤ ਜਿਹੜੀ ਹੈ ਉਹਨੂੰ ਪੂਰਾ ਕਰਨ ਦੇ ਯੋਗ ਹੋ ਸਕੇ, ਉਹ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਯੋਗ ਹੋ ਸਕੇ, ਉਹਨੂੰ ਦਰ-ਦਰ ਭਟਕਣਾ ਨਾ ਪਵੇ, ਠੋਕਰਾਂ ਦਾ ਸਾਹਮਣਾ ਨਾ ਕਰਨਾ ਪਵੇ, ਇੱਕ ਸਨਮਾਨਜਨਕ ਉਜਰਤ ਮਿਲੇ ਜਿਹਦੇ ਤੋਂ ਬਾਅਦ ਉਹਨੂੰ ਸਰਕਾਰਾਂ ਦੀਆਂ ਮੁਫਤ ਦੀਆਂ ਸਕੀਮਾਂ ਦੇ ਵੱਲ ਟੇਕ ਨਾ ਲਾਉਣੀ ਪਵੇ। ਅੱਜ ਦੇ ਲਈ ਇੰਨਾ ਹੀ, ਭਲਕੇ ਕਿਸੇ ਹੋਰ ਵਿਸ਼ੇ ਨਾਲ ਮਿਲਾਂਗੇ। ਉਦੋਂ ਤੱਕ ਨਵਜੋਤ ਸਿੰਘ ਢਾਲੀਵਾਲ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।